ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰਮਤਿ ਦੀ ਕਲਾਸ ਵਿੱਚ ਜੁੜ ਚੁੱਕੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਡਭਾਗੇ ਹਾਂ। ਰੋਜ਼ਾਨਾ ਗੁਰਮਤਿ ਦੀ ਕਲਾਸ ਵਿੱਚ ਜੁੜ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਦੇ ਹਾਂ। ਗੁਰੂ ਸਾਹਿਬ ਨੇ ਰਹਿਮਤ ਕੀਤੀ ਹੈ। ਬੜੇ ਹੀ ਵੱਡੇ ਕਰਮ ਹਨ ਕਿ ਬੜੌਦਾ ਸ਼ਹਿਰ ਦੇ ਵਿੱਚ ਜਿੱਥੇ 2 ਗੁਰਮਤਿ ਦੀਆਂ ਕਲਾਸਾਂ ਤੇ ਨਾਲ ਹੀ ਅੰਮ੍ਰਿਤ ਵੇਲੇ ਤਕਰੀਬਨ 6:30 ਤੋਂ 7 ਗੁਰਦੁਆਰਾ ਨਾਨਕ ਨਗਰ ਵਿਖੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਕਥਾ ਤੇ 9 ਵਜੇ ਸਵੇਰੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਜੋ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ 59 ਸ਼ਬਦ, ਜਿਸ ਤਰ੍ਹਾਂ 57 ਸ਼ਲੋਕ ਹਨ, ਇਸੇ ਤਰ੍ਹਾਂ ਹੀ ਗੁਰਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 59 ਸ਼ਬਦ ਹਨ, ਜਿਨ੍ਹਾਂ ਵਿੱਚੋਂ ਅਸੀਂ ਜਿਹੜਾ ਪਹਿਲਾ ਸ਼ਬਦ ਅੱਜ ਵਿਚਾਰਿਆ ਸੀ, ਜਿਹਦੀ ਲਾਈਵ ਕਵਰੇਜ ਜਿਹੜੀ ਆ ਉਹ ਫੇਸਬੁੱਕ ਪੇਜ ਤੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਛਾਣੀ ਉੱਤੇ ਹੋ ਰਹੀ ਹੈ ਤੇ ਵੱਧ ਚੜ ਕੇ ਸੰਗਤਾਂ ਵੀ ਜਿਹੜੀਆਂ ਨੇ ਉਹ ਆਣ ਕੇ ਗੁਰੂ ਘਰ ਦੇ ਵਿੱਚ ਬੈਠ ਕੇ 9 ਤੋਂ 9:30 ਵਿੱਚ ਜਿਹੜਾ ਵਾ ਉਹ ਲਾਹਾ ਪ੍ਰਾਪਤ ਕਰ ਰਹੀਆਂ ਹਨ। ਬੜੇ ਵੱਡੇ ਕਰਮ ਹਨ, ਵੱਡੇ ਕਰਮਾਂ ਦੇ ਨਾਲ ਐਸੇ ਬਾਣੀ ਦੇ ਪ੍ਰਵਾਹ ਚੱਲਦੇ ਹਨ। ਸੋ ਅੱਜ ਜੋ ਅਸੀਂ ਕੱਲ ਸ਼ਬਦ ਵਿਚਾਰਿਆ ਸੀ ਸੁਖਮਨੀ ਸਾਹਿਬ ਦੀ 19ਵੀਂ ਅਸ਼ਟਪਦੀ ਦਾ, ਜਿਹਦੇ ਵਿੱਚ ਪਹਿਲਾ ਸ਼ਲੋਕ ਤੇ ਉਸ ਤੋਂ ਬਾਅਦ 4 ਪਦੇ ਜਿਹੜੇ ਨੇ ਉਹ ਅਸੀਂ ਗਿਆਨੀ ਪਰਮਜੀਤ ਸਿੰਘ ਹੋਣਾ ਦੇ ਪਾਸੋਂ ਸਰਵਣ ਕੀਤੇ ਸਨ। ਅੱਜ ਅਸੀਂ ਅਗਲੇਰੇ 4 ਪਦੇ 5 ਤੋਂ ਲੈ ਕੇ 8 ਤੱਕ ਜਿਹੜੇ ਨੇ ਅਸੀਂ ਉਹਨਾਂ ਦੀ ਵਿਚਾਰ ਕਰਨੀ ਹੈ। ਸੋ ਗੁਰੂ ਸਾਹਿਬ ਰਹਿਮਤ ਕਰਨ, ਆਪ ਬਖਸ਼ਿਸ਼ ਕਰਕੇ ਆਪਣੇ ਸੇਵਕ ਦੇ ਕੋਲੋਂ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਇਹ ਪਾਵਨ ਬਾਣੀ ਦੇ ਜੋ ਅਰਥ ਹਨ ਤੇ ਨਾਲ ਸੰਥਿਆ ਹੈ ਉਹ ਕਰਵਾ ਲੈਣ। ਸੋ ਆਓ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਗੁਰਫਤਿਹ ਦੇ ਨਾਲ ਸਾਂਝ ਬਣਾ ਕੇ ਵਿਚਾਰ ਆਰੰਭ ਕਰੀਏ। ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਦੇ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿਹੜਾ ਸ਼ਲੋਕ ਹੈ ਉਹ ਜ਼ਰੂਰ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ। ਤੁਸੀਂ ਇਹ ਜ਼ਰੂਰ ਮੈਂ ਆਪ ਜੀ ਦੀ ਸਕਰੀਨ ਉੱਤੇ ਵੀ ਸਾਹਮਣੇ ਕਰ ਦਿੰਦਾ ਹਾਂ ਕਿ ਗੁਰੂ ਸਾਹਿਬ ਆਖਦੇ ਨੇ ਇਹ ਭਾਈ ਸਾਥ ਨਾ ਚਾਲੈ ਬਿਨ ਭਜਨ, ਧਿਆਨ ਨਾਲ ਸਰਵਣ ਕਰਿਓ ਜੀ, ਵਿਖਿਆ ਸਗਲੀ ਛਾਰ। ਅਰਥ ਅਸੀਂ ਕੀਤੇ ਆ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ। 2 ਗੱਲਾਂ ਕੀਤੀਆਂ ਨੇ ਕਿ ਭਾਈ ਬਿਨਾਂ ਪ੍ਰਮਾਤਮਾ ਦੇ ਨਾਮ ਤੋਂ ਹੋਰ ਕੁਝ ਨਹੀਂ ਨਾਲ ਜਾਣਾ, ਤੇ ਇਸ ਕਰਕੇ ਹੀ ਭਾਈ ਨਾਮ ਧਨ ਨੂੰ ਕਮਾ, ਨਾਮ ਧਨ ਨੂੰ ਜਿਹੜਾ ਵਾ ਉਹ ਵਿਹਾਂਜ, ਕਿਉਂਕਿ ਇਹੀ ਧਨ ਜਿਹੜਾ ਹੈ ਨਾ ਇਹ ਤੇਰੇ ਨਾਲ ਨਿਭਣਾ ਹੈ। ਇਹੋ ਧਨ ਸਾਰ ਇਹ ਤੇਰੇ ਨਾਲ ਨਿਭਣਾ ਹੈ, ਕਿਉਂਕਿ ਇਹ ਸਭ ਤੋਂ ਸ੍ਰੇਸ਼ਟ ਹੈ, ਉੱਤਮ ਹੈ। ਸੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਸ਼ਲੋਕ ਦੇ ਅੰਦਰ। ਹੁਣ ਅਸੀਂ ਜਿਹੜਾ ਵਾ ਉਹ ਚੌਥੇ ਪਦੇ ਦੀ ਵਿਚਾਰ ਆਰੰਭਣ ਲੱਗੇ ਹਾਂ। ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ ਜਿਹੜਾ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ, ਜਿਹੜਾ ਸਾਥ ਨਹੀਂ ਚੱਲਣ ਵਾਲਾ ਨਾਮ ਧਨ ਤੋਂ ਬਗੈਰ ਉਹ ਕੀ ਹੈ? ਧਨ, ਜਿਹੜਾ ਅਸੀਂ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਹਾਂ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਸੰਗ ਨਾ ਚਾਲ ਸਤੀਰੈ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ। ਇਹ ਭਾਈ ਇਸ ਸੰਸਾਰ ਦੇ ਉੱਤੇ ਸਾਥ ਨਾ ਚਾਲੈ, ਤੇਰੇ ਨਾਲ ਨਿਭਣ ਵਾਲਾ ਨਹੀਂ। ਕਿ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਨਾਲ ਜਿਹੜਾ ਇਹ ਧਨ ਵਿਹਾਂਜ ਰਿਹਾ ਇਹ ਤੇਰੇ ਨਾਲ ਨਿਭਣ ਵਾਲਾ ਨਹੀਂ। ਸੰਗ ਨਾ ਚਾਲਸ ਤੀਰੈ ਧਨਾ,
ਇਹ ਤੇਰੇ ਨਾਲ ਨਹੀਂ ਜਾ ਸਕਦਾ। ਤੂੰ ਕਿਆ ਲਪਟਾਵਹਿ ਮੂਰਖ ਮਨਾ, हे ਮੂਰਖ ਮਨ, ਕਿਉਂ ਇਹਦੇ ਨਾਲ ਜੱਫੀ ਮਾਰੀ ਬੈਠਾ ਹੈ। ਭਾਵ ਇਹਨੂੰ ਆਪਣੀ ਪਕੜ ਵਿੱਚ ਲੈ ਕੇ ਬੈਠਾ ਹੈ ਕਿ ਇਹ ਮੇਰਾ ਹੈ, ਇਹ ਧਨ ਮੇਰਾ, ਇਹ ਘਰ ਮੇਰਾ, ਇਹ ਜਾਇਦਾਦ ਮੇਰੀ। ਇਸ ਸੰਸਾਰ ਦੇ ਉੱਤੇ ਸਾਰੇ ਜਿਹੜੇ ਮੇਰੀ ਮੇਰੀ ਕਰਦੇ ਸਨ ਚਲੇ ਗਏ। ਬੜੇ ਬੜੇ ਵੱਡੇ ਧਨਾਦ, ਬੜੇ ਬੜੇ ਵੱਡੇ ਪੁਰਸ਼ ਜਿਨ੍ਹਾਂ ਨੇ ਧਰਤੀ ਨੂੰ ਜਿੱਤਿਆ, ਪਰ ਇਸ ਸੰਸਾਰ ਤੋਂ ਉਹ ਚਲੇ ਗਏ। ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਮੂਰਖ ਆਖਿਆ। ਕਿਉਂ? ਕਿਉਂਕਿ ਉਹ ਇਸ ਕਰਕੇ ਮੂਰਖ ਸਨ ਕਿ ਜਿਹੜੇ ਨਾਲ ਨਿਭਣ ਵਾਲਾ ਨਹੀਂ ਨਾ, ਉਹਨੂੰ ਹੀ ਆਪਣਾ ਸਭ ਕੁਝ ਮੰਨ ਬੈਠੇ ਸਨ ਕਿ ਇਹ ਸਭ ਕੁਝ ਸਾਡਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ हे ਭਾਈ, ਇਸ ਸੰਸਾਰ ਦੇ ਉੱਤੇ ਜਿਹਦੇ ਨਾਲ ਤੂੰ ਜਾਰੀ ਪਾਏ ਬੈਠਾ, ਜਿਹਨੂੰ ਤੂੰ ਜੱਫੀ ਮਾਰ ਕੇ ਬੈਠਾ, ਉਹ ਧਨ ਤੇਰੇ ਨਾਲ ਨਹੀਂ ਜਾਣਾ। ਕਿਉਂਕਿ ਬੜੇ ਬੜੇ ਵੱਡੇ ਇਸ ਸੰਸਾਰ ਦੇ ਉੱਤੇ ਆਏ ਤੇ ਇਹਨਾਂ ਦੇ ਨਾਲ ਮੋਹ ਦੇ ਵਿੱਚ ਫਸ ਕੇ ਆਪਣਾ ਜੀਵਨ ਜਿਹੜਾ ਉਹਨਾਂ ਨੇ ਬਰਬਾਦ ਕਰ ਲਿਆ। ਸੁਤ ਮੀਤ ਕੁਟੰਬ ਅਰ ਬਨਿਤਾ, ਇਨ ਤੇ ਕਹੋ ਤੁਮ ਕਵਨ ਸੁਨਾਥਾ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਕ ਤੇ ਤੂੰ ਧਨ ਦੇ ਨਾਲ ਜੱਫੀ ਪਾ ਕੇ ਬੈਠਾ, ਉਹਨੂੰ ਪਕੜੀ ਬੈਠਾ ਕਿ ਮੇਰਾ ਮੇਰਾ, ਪਰ हे ਮੂਰਖ ਮਨ, ਇਹ ਤੇਰੇ ਨਾਲ ਨਿਭਣਾ ਨਹੀਂ। ਕਿਉਂ? ਕਿਉਂਕਿ ਇਸ ਧਰਤੀ ਦੇ ਉੱਤੇ ਜਿੰਨੇ ਵੀ ਤੇਰੇ ਰਿਸ਼ਤੇਦਾਰ ਨੇ ਨਾ, ਧਿਆਨ ਦੇ ਜਰਾ, ਸਾਰੀ ਸੰਗਤ ਬੜੇ ਖਿਆਲ ਨਾਲ ਸੁਣਿਓ। ਅਗਲੀ ਪੰਕਤੀ ਬੜੀ ਕਮਾਲ ਦੀ ਕਹੀ ਹੈ। ਤੇ ਸਾਡੇ ਘਰ ਦੇ ਵਿੱਚੋਂ, ਮਤਲਬ ਅਸੀਂ ਸਾਰੇ ਸਾਡੇ ਘਰ ਦੇ ਵਿੱਚੋਂ, ਸੁੱਤ ਪੁੱਤਰ, ਮੀਤ ਮਿੱਤਰ, ਕੁਟੰਬ ਪਰਿਵਾਰ ਸਾਡਾ ਜਿਹੜਾ, ਬਨਿਤਾ ਦਾ ਭਾਵ ਹੈ ਇਸਤਰੀ। ਗੁਰੂ ਸਾਹਿਬ ਕਹਿੰਦੇ ਨੇ ਕਿ ਤੇਰਾ ਪੁੱਤਰ, ਤੇਰੇ ਮਿੱਤਰ, ਤੇਰਾ ਸਾਰਾ ਪਰਿਵਾਰ, ਇੱਥੋਂ ਤੱਕ ਕਿ ਜਿਹਦੇ ਨਾਲ ਤੇਰਾ ਬਹੁਤ ਜ਼ਿਆਦਾ ਮੋਹ ਹੈ, ਉਹ ਇਸਤਰੀ। ਇਨ ਤੇ ਕਹੋ ਤੁਮ ਕਵਨ ਸੁਨਾਥਾ, ਇਹਨਾਂ ਵਿੱਚੋਂ ਦੱਸ ਕਿ ਤੇਰਾ ਸਾਥ ਦੇਣ ਵਾਲਾ ਕੌਣ ਹੈ। ਇੱਥੇ ਕੁਐਸਚਨ ਭਾਵ ਪ੍ਰਸ਼ਨ ਕੀਤਾ ਗੁਰੂ ਸਾਹਿਬ ਨੇ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਤੇ ਕਈ ਵਾਰ ਸਾਡਾ ਮਨ ਜਿਹੜਾ ਕੇਵਲ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਜੀ, ਸੰਗ ਦਾ ਚਾਲਸ ਤੇਰਾ ਤਨਾ, ਤੂੰ ਕਿਆ ਲਪਟਾਵੇ ਮੂਰਖ ਮਨਾ, ਸੁੱਤ ਮੀਤ ਕੁਟੰਬਰ ਬਣਤਾ, ਸਾਡੀ ਇਹ ਲੈ ਹੁੰਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਨਹੀਂ ਭਾਈ, ਹਰ ਕਾ ਬਿਲੋਣਾ ਬਿਲੋ ਮੇਰੇ ਭਾਈ, ਸਹਿਜੇ ਬਿਲੋ ਜੈਸੇ ਤਤ ਨਾ ਜਾਏ। ਕਿੱਦਾਂ ਪੜ੍ਹਨਾ ਜੀ? ਸੰਗ ਨਾ ਚਾਲਸ ਤੇਰਾ ਤਨਾ, ਤੂੰ ਕਿਆ ਲਪਟਾਵਹਿ ਮੂਰਖ ਮਨਾ। ਤੇ ਨਾਲ ਹੀ ਅੱਗੇ ਸਤਿਗੁਰੂ ਜੀ ਕਹਿੰਦੇ ਸੁੱਤ ਮੀਤ ਕੁਟੰਬ ਅਰ ਬਨਿਤਾ, ਇਨ ਤੇ ਕਹੋ ਤੁਮ ਕਵਨ ਸੁਨਾਥਾ। ਇਹ ਭਾਈ, ਹੁਣ ਸਵਾਲ ਕੀਤਾ ਨਾ, ਫਿਰ ਸਮਝ ਆਏਗੀ ਜਦੋਂ ਬਾਣੀ ਪੜ੍ਹਨਾ, ਰਸ ਲੈ ਕੇ, ਆਨੰਦ ਲੈ ਕੇ। ਕਹਿੰਦੇ ਨਾ ਕਈ ਪ੍ਰਸ਼ਾਦਾ ਛਕਦੇ ਨੇ ਤੇ ਛਕਣ ਲੱਗਿਆ ਫਿਰ ਉਹਨਾਂ ਨੂੰ ਹੁੰਦਾ ਕਿ ਟਾਈਮ ਥੋੜਾ ਏ, ਤੇ ਫਿਰ ਉਹ ਜਦੋਂ ਪ੍ਰਸ਼ਾਦਾ ਛਕਦੇ ਨੇ, ਇੱਕ ਰੋਟੀ ਦੀਆਂ 2 ਬੁਰਕੀਆਂ ਕਰਕੇ ਤੇ ਬਸ ਆਪਣੇ ਪੇਟ ਦੀ ਪੂਰਤੀ ਵਾਸਤੇ ਨੂੰ ਖਾਂਦੇ ਨੇ। ਤੇ ਕੁਝ ਐਸੇ ਲੋਕ ਹੁੰਦੇ ਨੇ ਜਿਹੜੇ ਰਸ ਲੈ ਲੈ ਕੇ ਰੋਟੀ ਇੱਕ ਹੀ ਖਾਣ, ਪਰ ਉਹਦੀਆਂ ਨਿੱਕੀਆਂ ਨਿੱਕੀਆਂ ਬੁਰਕੀਆਂ ਲੈ ਕੇ ਉਹਨੂੰ ਰਸ ਦੇ ਨਾਲ ਦੰਦਾਂ ਥੱਲੇ ਚਬਾ ਚਬਾ ਕੇ ਛਕਦੇ ਨੇ। ਡਾਕਟਰ ਵੀ ਇਹ ਗੱਲ ਆਖਦੇ ਨੇ ਕਿ ਭਾਈ ਜਦੋਂ ਪ੍ਰਸ਼ਾਦਾ ਛਕਣਾ, ਉਹਨੂੰ ਚਬਾ ਕੇ ਛਕਣਾ, ਫਿਰ ਹੀ ਉਹਦਾ ਲਾਭ ਹੈ। ਭਾਈ ਜਦੋਂ ਬਾਣੀ ਪੜ੍ਹਨੀ ਹੈ, ਉਹਦਾ ਲਾਭ ਵੀ ਉਦੋਂ ਹੀ ਹੈ ਜਦੋਂ ਅਸੀਂ ਉਹਨੂੰ ਐਨ ਪਿਆਰ ਦੇ ਨਾਲ, ਬੜੇ ਠਰਮੇ ਦੇ ਨਾਲ ਸਮਝ ਕੇ ਪੜ੍ਹਦੇ ਹਾਂ। ਇਹ ਨਹੀਂ ਕਿ ਪਹਿਲੇ ਦਿਨ ਹੀ ਸਮਝ ਆ ਜਾਵੇ, ਪਰ ਸਾਡਾ ਕਰਮ ਇਹ ਹੈ ਕਿ ਅਸੀਂ ਬੜੇ ਪਿਆਰ ਦੇ ਨਾਲ ਪੜ੍ਹਨਾ। ਤੇ ਗੁਰੂ ਸਾਹਿਬ ਫਿਰ ਕਹਿੰਦੇ ਨੇ ਕਿ ਉਹ ਪ੍ਰਮਾਤਮਾ, ਉਹ ਗੁਰੂ ਰਹਿਮਤ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਫਿਰ ਆਪਣੇ ਨਾਮ ਦਾ ਰੰਗ ਮਨ ਉੱਤੇ ਚੜਾ ਦਿੰਦਾ, ਤੇ ਫਿਰ ਬਾਣੀ ਪੜ੍ਹਦਿਆਂ ਸਮਝ ਆਉਣ ਲੱਗ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਹੁਣ ਪੜ੍ਹ ਰਹੇ ਹਾਂ ਨਾ, ਸੁੱਤ ਮੀਤ ਕੁਟੰਬ ਅਰ ਬਨਿਤਾ। ਹੁਣ ਸਾਹਮਣੇ ਸ਼ਬਦ ਨੇ, ਜੇ ਬਾਰ-ਬਾਰ ਪੜਾਂਗੇ ਤੇ ਫਿਰ ਸਮਝ ਆ ਜਾਏਗਾ ਵੀ ਸੁੱਤ ਕੀ ਹੈ, ਪੁੱਤਰ ਨੂੰ ਕਿਹਾ ਜਾਂਦਾ, ਮੀਤ ਮਿੱਤਰ ਨੂੰ ਕਿਹਾ ਗਿਆ, ਕੁਟੰਬ ਪਰਿਵਾਰ ਨੂੰ ਕਿਹਾ ਗਿਆ, ਅਰ ਬਨਿਤਾ ਅਤੇ ਇਸਤਰੀ। ਬਨਿਤਾ ਦਾ ਭਾਵ ਹੈ ਇਸਤਰੀ। ਇਨ ਤੇ ਕਹੋ ਤੁਮ ਕਵਨ ਸੁਨਾਥਾ। ਤੇ ਜੇ ਇਹਨੂੰ ਪੜਾਂਗੇ ਕਿਸੇ ਦੇ ਕੋਲੋਂ ਵਿਚਾਰ ਕੇ, ਜਿੱਦਾਂ ਅੱਜ ਵਿਚਾਰ ਹੋ ਰਹੀ ਹੈ, ਵਿਚਾਰ ਲਵਾਂਗੇ, ਤੇ ਫਿਰ ਜਦੋਂ ਅਗਲੀ ਵਾਰ ਪੜਾਂਗੇ ਨਾ ਹੁਣ ਬਾਣੀ, ਤੇ ਫਿਰ ਕੱਲਾ ਕੱਲਾ ਸ਼ਬਦ ਜਿਹੜਾ ਸਾਡੇ ਦਿਮਾਗ ਵਿੱਚ, ਸਾਡੇ ਜ਼ਿਹਨ ਵਿੱਚ ਆ ਜਾਵੇਗਾ ਕਿ ਗੁਰੂ ਸਾਹਿਬ ਕੀ ਕਹਿੰਦੇ ਪਏ ਨੇ।
ਇੱਥੇ ਉਹ ਕੁਐਸਚਨ ਕੀਤਾ ਕਿ ਭਾਈ ਦੱਸੋ ਆ ਉਤਲੇ ਜਿਹੜੇ ਪਰਿਵਾਰ ਦੇ ਜੀ ਗਣਾਏ ਨੇ, ਜਿਹੜੇ ਤੇਰੇ ਮਿੱਤਰ ਨੇ, ਪੁੱਤਰ ਨੇ, ਤੇਰੇ ਪਰਿਵਾਰ, ਤੇਰੀ ਇਸਤਰੀ, ਇਹਨਾਂ ਵਿੱਚੋਂ ਤੇਰਾ ਕੋਈ ਸਾਥੀ ਹੈ ਜਦੋਂ ਤੂੰ ਮਰਦਾ? ਕੋਈ ਨਹੀਂ ਸਾਥ ਦਿੰਦਾ ਭਾਈ। ਉਹ ਅੱਗ ਜਦੋਂ ਜਨਾਜ਼ੇ ਦੇ ਉੱਤੇ ਰੱਖ ਦਿੰਦੇ ਨੇ, ਜਦੋਂ ਚਿਖਾ ਚਿਣ ਦਿੰਦੇ ਨੇ, ਫਿਰ ਡਰਦੇ ਨੇ ਕਿ ਭਾਈ ਹੁਣ ਸੇਕ ਨਾ ਪੈ ਜਾਏ, ਨੱਠ ਕੇ ਪਰੇ ਹੁੰਦੇ ਨੇ। ਜਿਹੜੀ ਸਭ ਤੋਂ ਜ਼ਿਆਦਾ ਰੋਂਦੀ ਹੈ ਨਾ ਔਰਤ, ਮੇਰਾ ਪਤੀ ਚਲਾ ਗਿਆ, ਭੈਣ ਭਰਾ ਨੂੰ ਰੋਂਦੀ ਹੈ, ਮਾਂ ਪੁੱਤ ਨੂੰ ਰੋਂਦੀ ਹੈ। ਭਾਵ ਆਪਣੇ ਰਿਸ਼ਤੇ ਦੇ ਅਨੁਸਾਰ ਜਿਹੜੀ ਸਭ ਤੋਂ ਉੱਤਮ ਇਸਤਰੀ ਨੂੰ ਮੰਨਿਆ ਗਿਆ, ਫਿਰ ਉਹ ਦੌੜ ਕੇ ਪਰੇ ਚਲੇ ਜਾਂਦੀ ਕਿ ਮੈਨੂੰ ਸੇਕ ਲੱਗਦਾ। ਗੁਰੂ ਸਾਹਿਬ ਕਹਿੰਦੇ ਨੇ ਫਿਰ ਦੱਸ ਇਹਨਾਂ ਦੇ ਵਿੱਚੋਂ ਹੈ ਤੇਰਾ ਕੋਈ ਬੇਲੀ, ਹੈ ਕੋਈ ਤੇਰਾ ਸੱਜਣ ਜਿਹੜਾ ਤੇਰਾ ਸਾਥ ਦੇ? ਇਹ ਨਾਲ ਹੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਜ ਰੰਗ ਮਾਇਆ ਬਿਸਥਾਰ, ਇੰਤੇ ਕਹੋ ਕਮਨ ਛੁਟਕਾਰ। ਫਿਰ ਮੈਂ ਇੱਕ ਵਾਰੀ ਅਰੰਭਤਾ ਵਾਲੇ ਸ਼ਲੋਕ ਤੇ ਆਪ ਜੀ ਨੂੰ ਲੈ ਕੇ ਜਾਵਾਂ ਕਿ ਸਾਥ ਨਾ ਚੱਲੈ ਬਿਨ ਭਜਨ। ਅਸੀਂ ਇਹਦੀ ਗੱਲ ਕਰ ਰਹੇ ਹਾਂ। ਗੁਰੂ ਸਾਹਿਬ ਇਸ ਸ਼ਲੋਕ ਦੇ ਅੰਦਰ ਸਮਝਾ ਰਹੇ ਨੇ ਕਿ ਕਮਾਉਣਾ ਕੀ ਹੈ? ਹਰ ਹਰ ਨਾਮ ਕਮਾਉਣਾ। ਤੇ ਹੁਣ ਇਸ ਅਗਲੀ ਪੰਕਤੀ ਦੇ ਅੰਦਰ ਗੁਰੂ ਸਾਹਿਬ ਜੋ ਬਖਸ਼ਿਸ਼ ਕਰਦੇ ਨੇ ਕਿ ਭਾਈ ਰਾਜ ਰੰਗ ਮਾਇਆ ਵਿਸਥਾਰ, ਮਾਇਆ ਦੀ ਅਡੰਬਰ, ਜਿਹੜਾ ਤੇਰੇ ਕੋਲ ਰਾਜ ਹੈ ਤੇ ਰੰਗ, ਭਾਵ ਜਿਹੜੀਆਂ ਤੂੰ ਰੰਗ ਰਲੀਆਂ ਮਨਾਉਣਾ ਚੋਜ ਕਰਦਾ ਨਾ। ਆਪਾਂ ਪਿੱਛੇ ਆਸਾ ਦੀ ਵਾਰ ਦੇ ਵਿੱਚ ਵੀ ਇਹ ਸਰਵਣ ਕੀਤਾ ਸੀ ਕਿ ਜਦੋਂ ਮਨੁੱਖ ਧਨਾੜ ਹੁੰਦਾ, ਫਿਰ ਉਹ ਕਈ ਪ੍ਰਕਾਰ ਦੇ ਖਾਣੇ ਪਕਵਾਨ ਮੰਗਵਾਉਂਦਾ, ਫਿਰ ਕਈ ਪ੍ਰਕਾਰ ਦੇ ਉਹ ਚੋਜ ਕਰਦਾ, ਭਾਵ ਤਮਾਸ਼ੇ ਕਰਦਾ, ਕਈ ਪ੍ਰਕਾਰ ਦੀਆਂ ਉਹ ਖੇਡਾਂ ਖੇਡਦਾ। ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਜ ਰੰਗ ਮਾਇਆ ਵਿਸਤਾਰ, ਬੜਾ ਕੁਝ ਤੇਰੇ ਕੋਲ ਰਾਜ ਹੈ, ਰੰਗ ਹੈ, ਮਾਇਆ ਦੀ ਭੰਡਾਰ, ਮਾਇਆ ਵਿਸਥਾਰ, ਮਾਇਆ ਦਾ ਭੰਡਾਰ ਲੱਗਾ ਪਿਆ। ਹੁਣ ਦੱਸ ਭਈ ਇਨ ਤੇ ਕਹੋ ਕੌਣ ਛੁਟਕਾਰ, ਦੱਸੋ ਇਹਨਾਂ ਵਿੱਚੋਂ ਕਿਸ ਦੇ ਨਾਲ ਮੋਹ ਪਾਇਆ, ਭਾਵ ਮਿੱਤਰਤਾ ਪਾਇਆ। ਅੰਤ ਵੇਲੇ ਜਦੋਂ ਤੂੰ ਮਰਨਾ, ਤੇਰੀ ਖਲਾਸੀ ਹੋਣੀ ਹੈ, ਮੌਤ ਆ ਜਾਏ ਨਾ, ਤੇ ਅਸੀਂ ਫਿਰ ਸਾਡਾ ਜਿਹੜਾ ਸਭ ਤੋਂ ਵੱਧ ਜਿਹੜਾ ਹੁੰਦਾ ਏ ਆਸਰਾ, ਹੁੰਦਾ ਏ ਡਾਕਟਰ। ਫਿਰ ਅਸੀਂ ਆਖ ਦਿੰਦੇ ਹਾਂ ਡਾਕਟਰ ਸਾਹਿਬ ਮੇਰਾ ਘਰ ਮਾਇਆ ਦੇ ਨਾਲ ਭਰਿਆ। ਫਿਰ ਰਿਸ਼ਤੇਦਾਰ ਵੀ ਕਈ ਵਾਰ ਆਣ ਕੇ ਕਹਿੰਦੇ ਮਾਇਆ ਲੈ ਲਓ। ਮਤਲਬ ਕਈ ਜਿਹੜੇ ਯੋਗ ਹੁੰਦੇ ਨੇ ਉਹ ਫਿਰ ਆਣ ਕੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਜਿੰਨੀ ਮਾਇਆ ਲੱਗਦੀ ਹੈ ਅਸੀਂ ਗਹਿਣੇ ਪੈ ਜਾਈਏ, ਸਾਨੂੰ ਇਸ ਮੌਤ ਤੋਂ ਬਚਾ ਲਓ। ਤੇ ਡਾਕਟਰ ਫਿਰ ਕਹਿੰਦਾ ਕਿ ਭਾਈ ਨਹੀਂ, ਹੁਣ ਤੇ ਕੇਵਲ ਉਹ ਪਰਮਾਤਮਾ ਹੀ ਹੈ, ਉਹਦੇ ਅੱਗੇ ਅਰਦਾਸ ਕਰੋ, ਜੇ ਉਹ ਸੁਣ ਲਏ ਤੇ ਫਿਰ ਇਸ ਧਰਤੀ ਦੇ ਉੱਤੇ ਕੁਝ ਹੋ ਸਕਦਾ, ਫਿਰ ਇਹਦੀ ਕੋਈ ਜਾਨ ਬਖਸ਼ੀ ਜਾ ਸਕਦੀ ਹੈ। ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਕਿ ਭਾਈ ਦੱਸ, ਜਿਹੜਾ ਇਹ ਰਾਜ ਹੈ ਤੇਰਾ, ਜਿਹਦੇ ਕਰਕੇ ਤੂੰ ਆਖਦਾ ਹੈ ਕਿ ਮੈਂ ਧਰਤੀ ਦਾ ਰਾਜਾ, ਜਿਹੜੇ ਤੂੰ ਰੰਗ ਮਾਣ ਲਿਆ, ਜਿਹੜੇ ਤੇਰੇ ਕੋਲ ਮਾਇਆ ਦੇ ਭੰਡਾਰ ਭਰੇ ਨੇ, ਮਾਇਆ ਵਿਸਤਾਰ, ਇਨ ਤੇ ਕਹੋ ਕਮਨ ਛੁਟਕਾਰ, ਦੱਸੋ ਇਹਨਾਂ ਵਿੱਚੋਂ ਕਿਸ ਦੇ ਨਾਲ ਮੋਹ ਪਾਇਆ ਸਦਾ ਲਈ, ਭਾਵ ਇਸ ਧਰਤੀ ਦੇ ਉੱਤੇ ਤੇਰੀ ਬੰਦ ਖਲਾਸੀ ਹੋ ਜਾਵੇ, ਤੈਨੂੰ ਇਹ ਅਹਿਸਾਸ ਹੋਵੇ ਕਿ ਇਹ ਮੇਰੇ ਕੰਮ ਆਉਂਦੇ ਨੇ। ਹੈ ਮਿਲ ਸਕਦੀ ਤੈਨੂੰ ਇਹ ਮਤਲਬ ਭਰੋਸਾ ਦੇ ਸਕਦਾ ਕਿ ਇਹ ਮਾਇਆ ਜਿਹੜੀ ਹੈ ਤੇਰਾ ਸਾਥ ਦੇਗੀ? ਤੇ ਸਤਿਗੁਰੂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਆਸ ਹਸਤੀ ਰਥ ਅਸਵਾਰੀ, ਝੂਠਾ ਡੰਮ ਝੂਠ ਪਾਸਾਰੀ। ਪਸਾਰੀ ਨਹੀਂ ਬੋਲਣਾ ਜੀ, ਪੱਪੇ ਨੂੰ ਕੰਨਾ, ਸੱਸੇ ਨੂੰ ਕੰਨਾ, ਰਾਰੇ ਨੂੰ ਬਿਹਾਰੀ, ਪਾਸਾਰੀ। ਜਿੱਦਾਂ ਅਸੀਂ ਅਸਵਾਰੀ ਬੋਲੀਏ, ਇੱਦਾਂ ਹੀ ਅਸੀਂ ਪਸਾਰੀ ਬੋਲ ਦਿੰਦੇ ਹਾਂ। ਜਦੋਂ ਜਲਦੀ ਅਸੀਂ ਪਾਠ ਕਰਦੇ ਹਾਂ ਨਾ, ਉਦੋਂ ਫਿਰ ਇਹ ਸ਼ਬਦ ਜਿਹੜਾ ਪਸਾਰੀ ਬੋਲਿਆ ਜਾਂਦਾ। ਭਾਈ ਇਹ ਗਲਤੀ ਨਹੀਂ ਕਰਨੀ, ਇੱਥੇ ਅਸੀਂ ਧਿਆਨ ਦੇ ਕੇ ਪੜ੍ਹਨਾ ਜੀ। ਝੂਠਾ ਡੰਫ ਝੂਠ ਪਾਸਾਰੀ, ਪਾਸਾਰੀ, ਪੱਪੇ ਨੂੰ ਕੰਨਾ ਬੋਲਣਾ ਜੀ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਤੇਰੇ ਕੋਲ ਵਧੀਆ ਘੋੜੇ ਨੇ, ਵਧੀਆ ਹਾਥੀ ਨੇ, ਅਸ ਘੋੜੇ, ਹਸਤੀ ਹਾਥੀ, ਰਥ ਨੇ ਤੇਰੇ ਕੋਲ, ਜਿਹਦੇ ਉੱਤੇ ਤੂੰ ਅਸਵਾਰੀ ਕਰਦਾ। ਮਨ ਭਾਉਂਦੀਆਂ ਅਸਵਾਰੀਆਂ ਜਿਹੜੀਆਂ ਉਹ ਕਰਕੇ ਤੂੰ ਆਪਣਾ ਮਨ ਜਿਹੜਾ ਪਰਚਾਉਣਾ। ਇਹ ਸਾਰਾ ਵਿਖਾਵਾ ਹੈ। ਝੂਠਾ ਡੰਫ ਝੂਠ ਪਾਸਾਰੀ, ਡੰਫ ਕਹਿੰਦੇ ਨੇ ਵਿਖਾਵਾ। ਇਹ ਭਾਈ ਇਹ ਸਭ ਵਿਖਾਵਾ ਜਿਹੜਾ ਝੂਠਾ ਹੈ। ਇਹ ਅਡੰਬਰ ਰਚਾਉਣ ਵਾਲਾ ਜਿਹੜਾ ਨਾ
ਜਿਹੜਾ ਪਾਸਾਰੀ ਪਸਾਰਿਆ ਹੋਇਆ, ਤੂੰ ਖਿਲਾਰਾ ਖਿਲਾਰਿਆ ਹੋਇਆ, ਇਹ ਅਸਲ ਵਿੱਚ ਸਾਰਾ ਬਿਨਸਨ ਵਾਲਾ ਰੱਥ ਬਣਾਉਂਦੇ ਆ ਤੇ ਉਹ ਕਈ ਕੁ ਮਹੀਨੇ ਚੱਲ ਕੇ ਜਦੋਂ ਉਹਦੇ ਪਹੀਏ ਘਸ ਜਾਂਦੇ ਨੇ, ਉਹਦੇ ਟਾਇਰ ਘਸ ਜਾਂਦੇ ਨੇ, ਫਿਰ ਉਹਨੂੰ ਸੁੱਟ ਦਿੰਦੇ ਆ, ਜਲਾ ਦਿੰਦੇ ਆ। ਸਾਡੇ ਕੋਲ ਗੱਡੀਆਂ ਨੇ, ਪੁਰਾਣੇ ਸਮੇਂ ਵਿੱਚ ਰੱਥ ਹੁੰਦੇ ਸਨ, ਗੱਡੇ ਹੁੰਦੇ ਸਨ। ਹੁਣ ਗੱਡੀਆਂ ਆ ਗਈਆਂ ਪੈਟਰੋਲ ਡੀਜ਼ਲ ਵਾਲੀਆਂ, ਫਿਰ ਉਹਨਾਂ ਦੀ ਮਿਆਦ ਰੱਖੀ ਗਈ, ਕਿਸੇ ਦੀ 10 ਸਾਲ, ਕਿਸੇ ਦੀ 15 ਸਾਲ, ਕਿਸੇ ਦੀ 20 ਸਾਲ। ਜਦੋਂ ਪੁਰਾਣੀ ਹੋ ਜਾਂਦੀ ਆ, ਡੈਮੇਜ ਹੋ ਜਾਂਦੀ ਆ, ਤੇ ਫਿਰ ਉਹਨੂੰ ਅਸੀਂ ਸੁੱਟ ਦਿੰਦੇ ਆ, ਉਹਨੂੰ ਕਬਾੜ ਵਿੱਚ ਦਿੰਦੇ ਨੇ। ਕਬਾੜੀਆ ਉਹਦੇ ਨਿੱਕੇ ਨਿੱਕੇ ਪੀਸ ਕਰਕੇ ਵੇਚ ਦਿੰਦਾ। ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਸ ਸੰਸਾਰ ਦੇ ਉੱਤੇ ਜਿਹੜਾ ਸਾਰਾ ਕੁਝ ਇਹ ਵਿਖਾਵਾ ਹੈ। ਜਿਹੜੇ ਤੇਰੇ ਕੋਲ ਹਾਥੀ ਘੋੜੇ ਨੇ, ਤੇਥੋਂ ਸਵਾਰੀਆਂ ਨੇ, ਰੱਥ ਰੂਪੀ ਜਿਹੜੇ ਰੱਥ ਤੇਰੇ ਕੋਲ ਨੇ, ਜਿਨ੍ਹਾਂ ਦੇ ਸਵਾਰੀ ਕਰਦਾ ਹੈ, ਇਹ ਸਾਰਾ ਝੂਠ ਦਾ ਖਿਲਾਰਾ ਹੈ। ਤੂੰ ਇਸ ਖਿਲਾਰੇ ਦੇ ਵਿੱਚ ਆਪਣਾ ਜਿਹੜਾ ਮਨ ਜੋੜਿਆ ਹੈ। ਹਾਂਜੀ, ਵਾਹਿਗੁਰੂ ਜੀ। ਸਤਿਗੁਰੂ ਸੇ ਫਿਰ ਅਖੀਰ ਉੱਤੇ ਇਸ ਪਦੇ ਦੇ ਅਖੀਰ ਉੱਤੇ ਫਿਰ ਮੋਹਰ ਲਾਉਂਦੇ ਨੇ, ਕਿਉਂਕਿ ਸਾਥ ਨਾ ਚੱਲੈ ਬਿਨ ਭਜਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ। ਇੱਥੇ ਬੁੱਝੈ ਨਹੀਂ ਪੜਨਾ, ਬੁੱਝੈ ਬੱਬੇ ਨੂੰ ਔਂਕੜਾ, ਬੱਬੇ ਨੂੰ ਦਲੌਂਕੜਾ ਨਹੀਂ। ਜਿਨ ਦੀਏ ਤਿਸ ਬੁਝੇ ਨਾ ਬੇਗਾਨਾ, ਅਸੀਂ ਕਾਲੀ ਕਾਲੀ ਪੜ ਜਾਂਦੇ, ਬੁੱਝੈ ਬੁਝਾਰਤ ਬੁੱਝਣੀ। ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਇਹ ਬਗਾਨੇ ਮੂਰਖ ਮਨੁੱਖ ਬੇਗਿਆਨੇ, ਤੇਰੇ ਕੋਲ ਗਿਆਨ ਨਹੀਂ, ਤੂੰ ਮੂਰਖ ਹੈ। ਕਿਉਂ ਮੂਰਖ ਹੈ? ਕਿਉਂਕਿ ਜਿਹੜੀ ਉਹਦੀ ਮਾਇਆ ਪੈਦਾ ਕੀਤੀ ਗਈ ਹੈ ਨਾ, ਤੂੰ ਉਹਦੇ ਵਿੱਚ ਲਪਟਿਆ ਹੋਇਆ। ਭਾਵ ਉਹਦੇ ਰਸਾਂ ਕਸਾਂ ਦੇ ਵਿੱਚ, ਜਿਹੜੇ ਉਹਨੇ ਤੈਨੂੰ ਬਖਸ਼ਿਸ਼ ਕੀਤੇ ਸਨ ਕਿ ਇਸ ਸੰਸਾਰ ਦੇ ਵਿੱਚ ਜਿਹੜੇ ਤੂੰ ਇਹਨਾਂ ਰਸਾਂ ਕਸਾਂ ਦੇ ਨਾਲ ਜਿਹੜਾ ਵਾ ਉਹ ਇਹਨਾਂ ਰਸਾਂ ਕਸਾਂ ਦੇ ਵਿੱਚ ਤੂੰ ਜਿਹੜਾ ਵਾ ਆਪਣੇ ਆਪ ਨੂੰ ਫਸਾਇਆ ਹੋਇਆ ਏ। ਭਾਈ ਜਿਹਨੇ ਇਹ ਰਸ ਕਸ ਦਿੱਤੇ ਸੀ, ਅਸਲ ਵਿੱਚ ਉਹਨੂੰ ਬੁੱਝਣਾ ਸੀ, ਤੂੰ ਬੁੱਝਿਆ ਨਹੀਂ। ਇਹ ਮੂਰਖ ਮਨੁੱਖ, ਜਿਸਨੇ ਪਦਾਰਥ ਦਿੱਤੇ, ਤੂੰ ਉਹਨੂੰ ਜਾਣਿਆ ਨਹੀਂ, ਪਛਾਣਿਆ ਨਹੀਂ, ਤੇ ਹੋਇਆ ਕਿ ਨਾਮ ਵਿਸਾਰ। ਗੁਰੂ ਸਾਹਿਬ ਕਹਿੰਦੇ ਨੇ ਫਿਰ ਤੂੰ ਨਾਮ ਨੂੰ ਵਿਸਾਰ ਦਿੱਤਾ। ਜਦੋਂ ਨਾਮ ਵਿਸਰ ਗਿਆ, ਫਿਰ ਨਾਨਕ ਪਛੋਤਾਨਾ। ਇਹ ਭਾਈ ਫਿਰ ਤੂੰ ਨਾਮ ਨੂੰ ਭੁਲਾ ਕੇ ਤੇ ਅਖੀਰ ਵਿੱਚ ਫਿਰ ਜਦੋਂ ਤੇਰੀ ਮੌਤ ਆਉਂਦੀ, ਫਿਰ ਪਛਤਾਉਣਾ ਹੈ, ਫਿਰ ਪਛਤਾਵਾ ਆਉਂਦਾ ਹੈ। ਇਸ ਕਰਕੇ ਭਾਈ ਉਸ ਪਰਮਾਤਮਾ ਦਾ ਨਾਮ ਸਿਮਰਨ ਕਰ। ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਸੰਸਾਰ ਦੇ ਉੱਤੇ ਭਾਈ ਸਾਥ ਨਾ ਚੱਲੈ ਬਿਨ ਭਜਨ। ਨਾਲ ਹੀ ਜਿਹੜਾ ਅਗਲਾ ਪਦਾ ਸ਼ੁਰੂ ਹੁੰਦਾ ਹੈ, ਗੁਰੂ ਸਾਹਿਬ ਰਹਿਮਤ ਕਰਦੇ ਨੇ 6ਵੇਂ ਪਦੇ ਦੇ ਅੰਦਰ, ਗੁਰ ਕੀ ਮਤ ਤੂੰ ਲਿਹ ਇਆਨੇ। ਗੁਰ ਕੀ ਮਤ ਤੂੰ ਲਿਹ ਇਆਨੇ। ਹੁਣ ਇੱਥੇ ਫਿਰ ਧਿਆਨ ਦੇਣਾ, ਕਈ ਵਾਰ ਕੀ ਹੈ ਕਿ ਅਸੀਂ ਬਾਣੀ ਪੜ੍ਹਦੇ ਹਾਂ ਤੇ ਕਈ ਥਾਵਾਂ ਦੇ ਉੱਤੇ ਸ਼ਬਦ ਹੁੰਦਾ ਤੂੰ, ਤੱਤੇ ਦਲੌਂਕਣਾ, ਉੱਤੇ ਟਿੱਪੀ ਨਹੀਂ ਹੁੰਦੀ, ਉਹ ਤੂੰ ਸ਼ਬਦ ਪੜ੍ਹਨਾ। ਇੱਥੇ ਆਇਆ ਸ਼ਬਦ ਹੈ ਤੂੰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ, ਹੇ ਅਣਜਾਣ ਮਨੁੱਖ, ਤੂੰ ਇਸ ਸੰਸਾਰ ਦੇ ਉੱਤੇ ਜਿਹੜੀ ਆ ਗੁਰੂ ਦੀ ਮੱਤ ਲੈ। ਗੁਰ ਕੀ ਮੱਤ ਤੂੰ ਲਿਹ ਇਆਨੇ। ਹੇ ਇਆਣੇ ਮਨੁੱਖ, ਅਣਜਾਣ ਮਨੁੱਖ, ਸਤਿਗੁਰੂ ਦੀ ਮੱਤ ਲੈ। ਕਿਉਂਕਿ ਸਤਿਗੁਰੂ ਇਹ ਸਮਝਾਉਂਦਾ ਹੈ ਕਿ ਭਗਤ ਬਿਨਾ ਬਹੁ ਡੂਬੇ ਸਿਆਣੇ। ਹੁਣ ਇੱਥੇ ਸਿਆਣੇ ਪੜ੍ਹਨਾ, ਸਿਆਣੇ ਨਹੀਂ ਪੜ੍ਹਨਾ। ਸਿਆਣੇ ਅਣਾਣੇ ਦੇ ਨਾਲ ਆਉਂਦਾ, ਇੱਥੇ ਸਿਆਣੇ ਸ਼ਬਦ। ਸਿਆਣੇ ਅਸਲ ਵਿੱਚ ਭਾਵ ਅਰਥ ਸਿਆਣੇ ਦਾ ਹੀ ਹੈ, ਪਰ ਇੱਥੇ ਗੁਰੂ ਸਾਹਿਬ ਨੇ ਜਿਹੜਾ ਵਾ ਉਹ ਨੰਨੇ ਦੀ ਵਰਤੋਂ ਕੀਤੀ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਭਗਤ ਬਿਨਾ ਬਹੁ ਡੂਬੇ ਸਿਆਣੇ। ਇੱਥੇ ਉਹਨੂੰ ਡੁੱਬੇ ਨਹੀਂ ਪੜ੍ਹਨਾ, ਇੱਥੇ ਡੂਬੇ। ਦੋ ਔਂਕੜਾਂ ਨੇ ਜਿਹੜੀਆਂ, ਦਲੌਂਕੜ ਹੈ ਸ਼ਬਦ, ਇਹਦਾ ਖਿਆਲ ਰੱਖਣਾ ਜੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ, ਇਸ ਧਰਤੀ ਦੇ ਉੱਤੇ ਬੜੇ ਬੜੇ ਸਿਆਣੇ ਬੰਦੇ ਆਏ ਨੇ, ਜਿਹੜੇ ਭਗਤੀ ਤੋਂ ਬਗੈਰ ਇਸ ਧਰਤੀ ਦੀ ਮਾਇਆ ਦੇ ਵਿੱਚ ਡੁੱਬ ਗਏ, ਸੰਸਾਰ ਭਵਜਲ ਸਮੁੰਦਰ ਦੇ ਵਿੱਚ ਡੁੱਬ ਗਏ। ਇਸ ਕਰਕੇ ਤੂੰ ਉਸ ਗੁਰੂ ਦੀ ਮੱਤ ਲੈ, ਕਿਉਂਕਿ ਗੁਰੂ ਦੀ ਮੱਤ ਲਿਆ ਫਿਰ ਹੀ
ਪ੍ਰਭੂ ਦੀ ਭਗਤੀ ਮਿਲਦੀ ਹੈ। ਹਰ ਕੀ ਭਗਤ ਕਰੋ ਮਨ ਮੀਤ। हे ਮਿੱਤਰ ਮਨ, ਆਪਣੇ ਮਨ ਨੂੰ ਆਵਾਜ਼ ਦੇ ਕਿ हे ਮਿੱਤਰ ਮਨ, ਪ੍ਰਭੂ ਦੀ ਭਗਤੀ ਕਰ। ਭਗਤੀ ਕਰਨ ਦੇ ਨਾਲ ਕੀ ਹੋਏਗਾ? ਗੁਰੂ ਸਾਹਿਬ ਕਹਿੰਦੇ ਨੇ ਨਿਰਮਲ ਹੋਏ ਤੁਮਾਰੋ ਚੀਤ। ਇੱਥੇ ਜਿਹੜਾ ਮੰਮੇ ਦੇ ਥੱਲੇ ਲਹੰਤ ਆਇਆ, ਮੰਮੇ ਨੂੰ ਭਾਰਾ ਕਰਕੇ ਪੜਨਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਿ हे ਭਾਈ, ਜੇ ਤੂੰ ਮਨ ਮਿੱਤਰ ਨੂੰ ਆਵਾਜ਼ ਦੇ ਕੇ ਭਗਤੀ ਵਿੱਚ ਜੋੜੇਗਾ ਨਾ, ਇਹ ਆਖੇਗਾ ਕਿ ਪ੍ਰਭੂ ਦੀ ਭਗਤੀ ਕਰ, ਤੇ ਭਗਤੀ ਕਰਨ ਦਾ ਲਾਭ ਕੀ ਹੈ ਕਿ ਤੇਰੀ ਜਿਹੜੀ ਸੁਰਤ ਹੈ ਉਹ ਪਵਿੱਤਰ ਹੋ ਜਾਵੇਗੀ। ਸਾਡੀ ਸੁਰਤ ਟਿਕਦੀ ਨਹੀਂ ਨਾ। ਜਦੋਂ ਵੀ ਅਸੀਂ, ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਵੀ ਅਸੀਂ ਇਸ ਸੰਸਾਰ ਦੇ ਵਿੱਚ ਜਿਹੜਾ ਵਾ ਉਹ ਮਨ ਨੂੰ ਪ੍ਰਭੂ ਦੀ ਭਗਤੀ ਤੋਂ ਦੂਰ ਕਰਦੇ ਆ, ਤੇ ਫਿਰ ਸਾਡੀ ਸੁਰਤ ਜਿਹੜੀ ਉਹ ਖਿੰਡ ਜਾਂਦੀ ਹੈ। ਕਦੇ ਉਹ ਘਰੋਂ ਬਾਹਰ ਚਲੇ ਜਾਂਦੀ ਆ, ਕਦੇ ਘਰ ਦੇ ਰੁਝੇਵਿਆਂ ਵਿੱਚ ਗਵਾਚ ਜਾਂਦੀ ਹੈ। ਘਰ ਬੈਠਾ ਹੋਇਆ ਮਨੁੱਖ ਵੀ ਆਪਣੇ ਕਾਰੋਬਾਰ ਦੇ ਵਿੱਚ ਉੱਥੇ ਸੁਰਤ ਲਾ ਜਾਂਦਾ। ਕਈ ਵਾਰ ਕੋਈ ਵਪਾਰ ਕਰਨ ਵਾਲਾ ਵਪਾਰੀ ਜਾਂਦਾ ਤੇ ਉਹਦੀ ਸੁਰਤ ਜਿਹੜੀ ਘਰੋਂ ਉਸ ਵਪਾਰ ਵਾਲੀ ਜਗ੍ਹਾ ਤੇ ਹੁੰਦੀ ਹੈ, ਮਤਲਬ ਸੁਰਤ ਉਹਦੀ ਟਿਕਦੀ ਨਹੀਂ। ਕਈ ਵਾਰ ਅਸੀਂ ਵੀ ਗੁਰੂ ਘਰ ਵਿੱਚ ਬੈਠੇ ਹੋਏ, ਘਰ ਦੇ ਵਿੱਚ ਸੁਰਤ ਚਲੀ ਜਾਂਦੀ ਹੈ ਉਹ ਮੇਰੀ ਉਹ ਭੈਣੋ ਕਿ ਜਾ ਕੇ ਘਰ ਦੇ ਪ੍ਰਸ਼ਾਦੇ ਪਾਣੀ ਨੂੰ ਪਕਾਉਣਾ। ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਫਿਰ ਉਹਦੀ ਸੁਰਤ ਜਿਹੜੀ ਆ ਉਹ ਟਿਕਦੀ ਨਹੀਂ। ਪਰ ਟਿਕੇਗੀ ਤਾਂ ਜੇ ਤੂੰ ਆਪਣੀ ਸੁਰਤ ਨੂੰ, ਆਪਣੇ ਮਨ ਨੂੰ ਆਵਾਜ਼ ਮਾਰੇਗਾ ਕਿ ਭਾਈ ਆਹੇ ਮੇਰੇ ਮਿੱਤਰ ਮਨ, ਭਗਤੀ ਕਰ, ਫਿਰ ਤੇਰੀ ਸੁਰਤ ਜਿਹੜੀ ਆ ਉਹ ਪਵਿੱਤਰ ਹੋ ਜਾਵੇਗੀ, ਫਿਰ ਉਹ ਭੱਜੇਗੀ ਨਹੀਂ। ਨਿਰਮਲ ਹੋਏ ਤੁਮਾਰੋ ਚੀਤ, ਤੇਰਾ ਮਨ ਜਿਹੜਾ ਉਹ ਨਿਰਮਲ ਹੋ ਜਾਵੇਗਾ, ਫਿਰ ਤੇਰੀ ਸੁਰਤ ਖਿੰਡੇਗੀ ਨਹੀਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਉੱਥੇ ਬਖਸ਼ਿਸ਼ ਕੀਤੀ ਸੀ ਨਾ, ਜਦੋਂ ਨਵਾਜ਼ ਅਦਾ ਕਰਨ ਲੱਗੇ ਸਨ, ਤੇ ਗੁਰੂ ਸਾਹਿਬ ਨੇ ਆਖਿਆ ਭਾਈ ਤੁਹਾਡਾ ਮਨ ਨਹੀਂ, ਇਹ ਕਾਜੀ ਸਾਹਿਬ ਤੁਹਾਡਾ ਮਨ ਜਿਹੜਾ ਵਾ ਉਹ ਤੁਹਾਡੇ ਘਰ ਵਿੱਚ ਗਿਆ। ਉੱਥੇ ਵਿਚਾਰ ਚਰਚਾ ਹੋਈ ਸੀ ਕਿ ਮਨ ਜਿਹੜਾ ਵਾ, ਮਨ ਕਰਕੇ ਨਾਮ ਦੀ ਬੰਦਗੀ ਕਰਨੀ ਹੈ, ਨਾ ਕਿ ਤਨ ਕਰਕੇ। ਵਿਖਾਵੇ ਕਰਕੇ ਕੁਝ ਨਹੀਂ ਕਰਨਾ, ਵਿਖਾਵੇ ਦੇ ਨਾਲ ਕੁਝ ਮਿਲਣਾ ਨਹੀਂ। ਇਸੇ ਕਰਕੇ ਆਖਦੇ ਨਾ ਹੁਣ ਸਿੱਖੀ ਤੋਂ ਬੱਚੇ ਜਿਹੜੇ ਪਤਿਤ ਹੁੰਦੇ ਜਾ ਰਹੇ ਆ। ਕਿਉਂ? ਮਨ ਕਰਕੇ ਤੇ ਸਾਰੇ ਸੁਖਮਨੀ ਸਾਹਿਬ ਪੜ੍ਹਦੇ ਨੇ, ਮਨ ਕਰਕੇ ਤੇ ਸਾਰੇ ਮਾਫ ਕਰਨਾ, ਤਨ ਕਰਕੇ ਤੇ ਸਾਰੇ ਬਾਣੀ ਜਪਦੇ ਨੇ, ਸੁਖਮਨੀ ਵੀ ਪੜ੍ਹੀ ਜਾਂਦੀ ਹੈ, ਨਿਤਨੇਮ ਦੀਆਂ ਬਾਣੀਆਂ ਵੀ ਜਿਹੜੀਆਂ ਪੜ੍ਹੀਆਂ ਜਾਂਦੀਆਂ ਨੇ, ਪਰ ਮਨ ਜਿਹੜਾ ਵਾ ਉਹ ਟਿਕਾਓ ਵਿੱਚ ਨਹੀਂ ਆਉਂਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਅਸੀਂ ਸੁਰਤ ਲਾ ਕੇ ਪੜਾਂਗੇ, ਫਿਰ ਗੁਰੂ ਸਾਹਿਬ ਸੁਰਤ ਨੂੰ ਵੀ ਆਵਾਜ਼ ਮਾਰਦੇ ਨੇ, ਮਨ ਨੂੰ ਵੀ ਆਵਾਜ਼ ਮਾਰਦੇ ਨੇ। ਕਹਿੰਦੇ ਜੇ ਮਨ ਭਗਤੀ ਕਰੇਗਾ ਤੇ ਫਿਰ ਇਸ ਧਰਤੀ ਦੇ ਉਹਦੀ ਮਨੁੱਖ ਦੀ ਜਿਹੜੀ ਆ ਸੁਰਤ ਨਿਰਮਲ ਹੋ ਜਾਵੇਗੀ, ਪਵਿੱਤਰ ਹੋ ਜਾਵੇਗੀ। ਨਿਰਮਲ ਹੋਏ ਤੁਮਾਰੋ ਚੀਤ, ਜਿਹੜਾ ਚਿੱਤ ਵਾ, ਜਿਹੜੀ ਤੇਰੀ ਸੁਰਤ ਆ ਉਹ ਫਿਰ ਪਵਿੱਤਰ ਹੋ ਜਾਏਗੀ। ਚਰਨ ਕਮਲ ਰਾਖੋ ਮਨ ਮਾਹੇ, ਇਹ ਭਾਈ ਪ੍ਰਭੂ ਦੇ ਜਿਹੜੇ ਚਰਨ ਨੇ ਕਮਲਾ ਵਰਗੇ ਸੋਹਣੇ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਰੱਖ। ਜਿੱਦਾਂ ਮਣਕੇ, ਮਾਲਾ ਦੇ ਮਣਕੇ ਜਿਹੜੇ ਆ ਉਹ ਇੱਕ ਧਾਗੇ ਵਿੱਚ ਪਰੋ ਕੇ ਰੱਖੀਦੇ ਆ, ਫਿਰ ਉਹਦੇ ਨਾਲ ਮਣਕਿਆਂ ਦੇ ਨਾਲ ਪਖੰਡੀ ਲੋਕ ਜਿਹੜੇ ਨੇ ਉਹ ਪਖੰਡ ਕਰਕੇ ਉਹ ਮਾਲਾ ਫੇਰਦੇ ਨੇ, ਪਰ ਭਜਨ ਵਾਲੇ ਲੋਕ ਜਿਹੜੇ ਨੇ ਉਹ ਫਿਰ ਮਾਲਾ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਆਪਣੇ ਚਰਨਾਂ ਦੇ ਵਿੱਚ, ਆਪਣੇ ਮਨ ਦੇ ਅੰਦਰ ਗੁਰੂ ਦੇ ਚਰਨਾਂ ਨੂੰ ਜਿਹੜਾ ਵਾ ਉਹ ਟਿਕਾ ਕੇ ਰੱਖ, ਪਰੋ ਕੇ ਰੱਖ। ਜਿਸ ਤਰ੍ਹਾਂ ਮਾਲਾ ਦੇ ਵਿੱਚ ਮੋਤੀ ਪਰੋਏ ਹੋਏ ਨੇ, ਤੇ ਇਸ ਤਰ੍ਹਾਂ ਪਰੋਣ ਦੇ ਨਾਲ, ਭਾਵ ਚਰਨ ਹਿਰਦੇ ਵਿੱਚ ਟਿਕਾਉਣ ਦੇ ਨਾਲ ਕੀ ਮਿਲੇਗਾ? ਜਨਮ ਜਨਮ ਕੇ ਕਿਲ ਬਿਖ ਜਾਹੇ, ਫਿਰ ਜਿਹੜੇ ਤੇਰੇ ਜਨਮਾਂ ਜਮਾਤਰਾਂ ਦੀ ਕਿਲ ਬਿਖ ਹੈ, ਭਾਵ ਪਾਪ ਨੇ ਨਾ ਜਿਹੜੇ ਤੂੰ ਕਮਾ ਕੇ ਆਇਆ, ਕਈ ਜਨਮ ਪਏ ਕੀਟ ਪਤੰਗਾ, ਜਿਹੜੇ ਕੀੜਿਆਂ ਮਕੌੜਿਆਂ ਦੇ ਜਨਮ ਜਿਹੜਾ ਧਾਰਨ ਕਰਦਾ ਆਇਆ ਹੋਇਆ, ਕਈ ਵਰੇ ਕਈ ਸਾਲ ਜਿਹੜੇ ਬਤੀਤ ਹੋ ਗਏ ਉਹਨਾਂ ਜੂਨਾਂ ਦੇ ਵਿੱਚੋਂ ਭੋਗਦਿਆਂ ਤੇ ਫਿਰ ਇਹ ਮਨੁੱਖਾ ਜਨਮ ਮਿਲਿਆ। 84 ਲੱਖ ਜੂਨ ਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਹੁਣ ਇਹ ਮਨੁੱਖਾ ਜਨਮ ਮਿਲਿਆ, ਮਨੁੱਖ ਨੂੰ ਕਿਉਂ, ਮਾਨਸ ਨੂੰ ਕਿਉਂ ਵਡਿਆਈ ਦਿੱਤੀ 84 ਲੱਖ ਜੂਨਾਂ ਵਿੱਚੋਂ? ਕਿਉਂਕਿ ਇਹ ਸਮਝ ਸਕਦਾ, ਇਹ ਬੋਲ ਸਕਦਾ, ਇਹ ਸੁਣ ਸਕਦਾ, ਇਹ ਵੇਖ ਸਕਦਾ।
ਵੇਖਣ ਨੂੰ ਤੇ ਪਸ਼ੂ ਵੇਖਦੇ ਨੇ, ਪਰ ਉਹ ਸੁਣ ਵੀ ਲੈਂਦੇ ਨੇ, ਬੋਲਦੇ ਨੇ ਆਪਣੀ ਆਵਾਜ਼, ਪਰ ਉਹ ਸਮਝਦਾ ਨਹੀਂ, ਉਹਨੂੰ ਸਮਝ ਨਹੀਂ, ਉਹਦੇ ਅੱਗੇ ਜੋ ਸੁੱਟ ਦਿਓਗੇ ਉਹ ਖਾ ਲਵੇਗਾ। ਸੋ ਖੈਰ ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਇਸ ਸੰਸਾਰ ਦੇ ਉੱਤੇ ਜਿਹੜੇ ਤੂੰ 84 ਲੱਖ ਜੂਨਾਂ ਵਿੱਚੋਂ ਨਿਕਲ ਕੇ ਤੇ ਮਨੁੱਖਾ ਦੇਹੀ ਵਿੱਚ ਆਇਆ, ਫਿਰ ਉਹ ਜਿਹੜੇ ਪਿਛਲੇ ਤੇਰੇ ਪਾਪ ਨੇ ਉਹ ਨਾਸ ਹੋ ਜਾਣਗੇ, ਖਤਮ ਹੋ ਜਾਣਗੇ। ਆਪ ਜਪੋ ਅਵਰਾ ਨਾਮ ਜਪਾਵੋ। ਹੇ ਭਾਈ, ਕੇਵਲ ਆਪ ਹੀ ਨਹੀਂ ਜਪਣਾ, ਆਪਣੇ ਚਰਨਾਂ ਵਿੱਚ ਵੀ, ਆਪਣੇ ਚਰਨਾਂ ਦੇ ਆਪਣੇ ਮਨ ਦੇ ਅੰਦਰ ਹੀ ਗੁਰੂ ਦੇ ਚਰਨ ਨਹੀਂ ਟਿਕਾਉਣੇ, ਆਪਣੇ ਮਨ ਦੇ ਅੰਦਰ ਹੀ ਜਿਹੜਾ ਵਾ ਉਹ ਪ੍ਰਭੂ ਦੀ ਭਗਤੀ ਨਹੀਂ ਕਰਨੀ, ਇਕੱਲੇ ਆਪਣੇ ਮਨ ਨੂੰ ਨਹੀਂ ਸਮਝਾਉਣਾ। ਜਿਹੜਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਨਾ ਕਿ ਹੇ ਭਾਈ, ਇਸ ਧਰਤੀ ਦੇ ਉੱਤੇ ਸਾਥ ਨਾ ਚਾਲੈ ਬਿਨ ਭਜਨ, ਤੇ ਹਰ ਹਰ ਨਾਮ ਕਮਾਵਣਾ। ਇਹ ਭਾਈ ਕੇਵਲ ਆਪ ਹੀ ਨਹੀਂ, ਆਪ ਜਪੋ, ਅੱਗੇ ਸਤਿਗੁਰੂ ਕਹਿੰਦੇ ਅਵਰਾ ਨਾਮ ਜਪਾਓ, ਭਾਵ ਆਪ ਜਪਦਿਆਂ ਜਪਦਿਆਂ ਤੇ ਦੂਸਰਿਆਂ ਨੂੰ, ਜਿਹੜੇ ਤੁਹਾਡੇ ਸੰਗੀ ਸਾਥੀ ਨੇ, ਜਿਹੜੇ ਤੁਹਾਡੇ ਨਾਲ, ਜਿਨ੍ਹਾਂ ਦਾ ਤੁਹਾਡੇ ਨਾਲ ਉੱਠਣਾ ਬੈਠਣਾ ਹੈ, ਉਹਨਾਂ ਨੂੰ ਵੀ ਇਸ ਸੰਸਾਰ ਦੇ ਉੱਤੇ ਜਿਹੜਾ ਵਾ ਪ੍ਰਭੂ ਦਾ ਨਾਮ ਜਿਹੜਾ ਵਾ ਆਪ ਜਪੋ ਅਵਰਾ ਨਾਮ ਜਪਾਓ, ਆਪ ਵੀ ਜਪੋ ਤੇ ਦੂਸਰਿਆਂ ਨੂੰ ਵੀ ਉਸ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਜਪਾਉਣਾ ਕਰੋ। ਕਿਉਂਕਿ ਇਸ ਧਰਤੀ ਦੇ ਉੱਤੇ ਜੇ ਹੋਰਨਾਂ ਨੂੰ ਪ੍ਰੇਰੋਗੇ, ਤੇ ਭਾਈ ਗੁਰਦਾਸ ਜੀ ਨੇ ਬੜੀ ਕਮਾਲ ਦੀ ਗੱਲ ਕਹੀ ਹੈ, ਕਹਿੰਦੇ ਲੋਕ ਕਈ ਪ੍ਰਕਾਰ ਦੇ ਜਿਹੜੇ ਸੋਨੇ ਦੇ ਮੰਦਰ, ਸੋਨੇ ਦੇ ਗਹਿਣੇ ਮੰਦਰਾਂ ਦੇ ਵਿੱਚ ਜਾ ਕੇ ਚੜਾਉਂਦੇ ਨੇ, ਪਰ ਭਾਈ ਗੁਰਦਾਸ ਜੀ ਕਹਿੰਦੇ ਜੇ ਕਿਤੇ ਤੁਸੀਂ ਇੱਕ ਸਿੱਖ ਨੂੰ ਗੁਰੂ ਦਾ ਉਪਦੇਸ਼ ਸੁਣਾ ਦਿਓ, ਉਹਨੂੰ ਗੁਰੂ ਵਾਲੇ ਬਣਾ ਦਿਓ, ਤੇ ਉਹ ਇੱਕ ਪਾਸੇ 7 ਮੰਦਰ ਜਿਹੜੇ ਆ ਨਾ, ਉਹ ਮਨੁੱਖ ਕੋਈ ਦਾਨ ਕਰੇ ਸੋਨੇ ਦੇ ਬਣਾ ਕੇ 7 ਮੰਦਰ ਦਾਨ ਕਰਦੇ, ਤੇ ਜੇ ਕਿਤੇ ਗੁਰੂ ਦਾ ਸਿੱਖ ਇੱਕ ਸਿੱਖ ਨੂੰ ਸ਼ਬਦ ਸਿਖਾ ਦੇ, ਉਹਨੂੰ ਕੰਠ ਕਰਾ ਦੇ, ਗੁਰੂ ਵਾਲੇ ਪਾਸੇ ਤੋਰ ਦੇ, ਉਹਨੂੰ ਜਪਾ ਦੇ ਸਤਨਾਮ ਸ੍ਰੀ ਵਾਹਿਗੁਰੂ, ਤੇ ਫਿਰ ਉਹਨੂੰ ਉਹ 7 ਮੰਦਰਾਂ ਦੇ ਸੋਨੇ ਜਿੰਨਾ ਫਲ ਮਿਲਦਾ। ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕਹੋ ਇੱਕ ਸ਼ਬਦ ਸਿਖਾਏਗਾ। ਭਾਈ ਗੁਰਦਾਸ ਜੀ ਕਹਿੰਦੇ ਫਿਰ ਇੰਨਾ ਪੁੰਨ ਮਿਲੇਗਾ ਇੱਕ ਸ਼ਬਦ ਸਿਖਾਉਣ ਦਾ, ਜੇ ਮਨੁੱਖ ਸੱਚੇ ਮਨੋਂ ਆਪਣੇ ਮਿੱਤਰ ਨੂੰ, ਜਿਸ ਤਰ੍ਹਾਂ ਇੱਥੇ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਆਪ ਜਪੋ ਅਵਰਾ ਨਾਮ ਜਪਾਵੋ, ਪ੍ਰਭੂ ਦਾ ਨਾਮ ਆਪ ਵੀ ਜਪੋ ਤੇ ਹੋਰਨਾਂ ਨੂੰ ਵੀ ਜਪਣ ਲਈ ਪ੍ਰੇਰਨਾ ਕਰੋ। ਤੇ ਸੁਨਤ ਕਹਿਤ ਰਹਿਤ ਗਤ ਪਾਵੋ, ਤੇ ਨਾਮ ਸੁਣਦਿਆਂ, ਸੁਣਤ ਕਹਿਤ ਭਾਵ ਉਚਾਰਦਿਆਂ, ਰਹਿਤ ਭਾਵ ਉੱਤਮ ਜ਼ਿੰਦਗੀ ਬਣਾ ਕੇ ਆਪਣਾ ਜੀਵਨ ਬਤੀਤ ਕਰਦਾ ਰਹਿੰਦਿਆਂ, ਗਤ ਪਾਵੋ ਫਿਰ ਮਨੁੱਖ ਜਿਹੜਾ ਵਾ ਇਸ ਧਰਤੀ ਦੇ ਉੱਤੇ ਪਰਮਾਤਮਾ ਦਾ ਨਾਮ ਸੁਣਦਿਆਂ, ਉਚਾਰਦਿਆਂ, ਨਿਰਮਲ ਰਹਿੰਦਿਆਂ ਭਾਵ ਮਲ ਤੋਂ ਰਹਿਤ ਰਹਿੰਦਿਆਂ ਉੱਚੀ ਅਵਸਥਾ ਫਿਰ ਉਸ ਮਨੁੱਖ ਦੀ ਬਣ ਜਾਏਗੀ। ਸਾਰ ਭੂਤ ਸਤ ਹਰਿ ਕੋ ਨਾਮ। ਹੇ ਭਾਈ, ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ। ਸਾਰ ਭਾਵ ਸ੍ਰੇਸ਼ਟ, ਸਭ ਤੋਂ ਚੰਗੀ। ਭੂਤ ਪਦਾਰਥ ਚੀਜ਼, ਇੱਥੇ ਇਹ ਕਈ ਥਾਵਾਂ ਤੇ ਸ਼ਬਦ ਆਇਆ, ਜਿੱਦਾਂ ਸਮੇਂ ਦੇ ਵਿੱਚ ਵੀ ਭੂਤ ਕਾਲ ਵੱਧ ਕੇ ਆਇਆ ਹੈ, ਪਰ ਇੱਥੇ ਜਿਹੜਾ ਸ਼ਬਦ ਹੈ ਭੂਤ ਪ੍ਰੇਤ ਦੇ ਰੂਪ ਵਿੱਚ ਵੀ ਆਉਂਦਾ ਹੈ, ਪਰ ਇੱਥੇ ਜਿਹੜਾ ਸ਼ਬਦ ਆਇਆ ਨਾ ਸਾਰ ਭੂਤ, ਭੂਤ ਦਾ ਅਰਥ ਹੈ ਪਦਾਰਥ। ਸਾਰ ਭੂਤ ਸਤ ਹਰ, ਸਾਰ ਭੂਤ ਸਤ ਹਰਿ ਕੋ ਨਾਮ। ਹੇ ਭਾਈ, ਸਭ ਤੋਂ ਸ੍ਰੇਸ਼ਟ ਪਦਾਰਥ ਕਿਹੜਾ ਹੈ? ਸਤ ਭਾਵ ਪ੍ਰਭੂ ਦਾ ਨਾਮ। ਅਸੀਂ ਪੜ੍ਹਦੇ ਹਾਂ ਸਤ ਨਾਮ, ਪ੍ਰਭੂ ਦਾ ਜਿਹੜਾ ਸਦੀਵੀ ਨਾਮ ਹੈ, ਸੱਚਾ ਨਾਮ ਹੈ ਨਾ, ਸਾਰ ਭੂਤ ਸਤ ਹਰਿ ਕੋ ਨਾਉ। ਇਹ ਭਾਈ ਸਭ ਤੋਂ ਉੱਤਮ ਜਿਹੜਾ ਪਦਾਰਥ ਹੈ ਪ੍ਰਭੂ ਦਾ ਨਾਮ ਹੈ। ਸਹਿਜ ਸੁਭਾਏ ਨਾਨਕ ਗੁਣ ਗਾਓ। ਤੇ ਹੇ ਭਾਈ, ਇਸ ਸੰਸਾਰ ਦੇ ਵਿੱਚ ਜਿਨੇ ਉੱਤਮ ਨਾਂ ਨੂੰ ਕਮਾ ਲਿਆ, ਜਿਨੇ ਇਸ ਧਰਤੀ ਦੇ ਉੱਤੇ ਪ੍ਰਭੂ ਦੀ ਬੰਦਗੀ ਕਰਕੇ ਆਪਣੇ ਮਨ ਨੂੰ ਨਿਰਮਲ ਕਰ ਲਿਆ, ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਿਆ,
ਜਿਹਨੇ ਆਪ ਜਪਿਆ ਤੇ ਹੋਰਨਾਂ ਨੂੰ ਵੀ ਜਪਾ ਲਿਆ ਇਸ ਸੰਸਾਰ ਦੇ ਉੱਤੇ। ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਸੰਸਾਰ ਦੇ ਉੱਤੇ ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਉਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਤੂੰ ਸਦਾ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ, ਤੂੰ ਗਾਉਣਾ ਕਰ। ਨਾਨਕ ਗੁਣ ਗਾਓ। ਭਾਈ ਤੁਸੀਂ ਪ੍ਰਮਾਤਮਾ ਦੇ ਨਾਮ ਦੇ ਗੁਣ ਗਾਉਣਾ ਕਰੋ। ਸਤਵੇਂ ਪਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉ ਮੈਂ ਬਿਖ ਫੈਲ। ਹੇ ਭਾਈ, ਇਸ ਸੰਸਾਰ ਦੇ ਉੱਤੇ ਫਿਰ ਆਪਾਂ ਕਿਉਂਕਿ ਹਰ ਪਦੇ ਦੇ ਨਾਲ ਸ਼ਲੋਕ ਜ਼ਰੂਰ ਉਚਾਰਨਾ ਹੈ ਕਿ ਸਾਥ ਨਾ ਚਾਲੈ ਬਿਨ ਭਜਨ ਤੇ ਹਰ ਹਰ ਨਾਮ ਕਮਾਵਣਾ। ਜਦੋਂ ਅਸੀਂ ਵਿਚਾਰ ਕਰਨੀ ਹੈ ਜ਼ਰੂਰ ਇੰਨਾ ਖਿਆਲ ਰੱਖਣਾ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ। ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹ ਭਾਈ, ਕੇਵਲ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਹੋਰ ਕੋਈ ਨਹੀਂ ਨਾਲ ਜਾਂਦਾ। ਇਸ ਲਈ ਇਸ ਧਰਤੀ ਦੇ ਉੱਤੇ ਜਦੋਂ ਤੂੰ ਗੁਣ ਗਾਏਗਾ ਤੇ ਗੁਣ ਗਾਵਤ ਤੇਰੀ ਉਤਰਸ ਮੈਲ, ਜਦੋਂ ਤੂੰ ਗੁਣ ਗਾਏਗਾ ਤੇ ਤੇਰੇ ਤਨ ਉੱਤੇ ਮਨ ਉੱਤੇ ਚੜੀ ਹੋਈ ਮੈਲ, ਤਨ ਦੀ ਮੈਲ ਤੇ ਅਸੀਂ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਿਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਏ। ਜੇ ਕੱਪੜੇ ਗੰਦੇ ਹੋ ਜਾਣ ਤੇ ਉਹਨਾਂ ਨੂੰ ਸਾਬਣ ਦੇ ਨਾਲ ਧੋਤਾ ਜਾ ਸਕਦਾ, ਜੇ ਸਰੀਰ ਗੰਦਾ ਹੋ ਜਾਵੇ ਉਹਨੂੰ ਪਾਣੀ ਦੇ ਨਾਲ ਮਲ ਕੇ ਧੋਇਆ ਜਾ ਸਕਦਾ। ਪਰ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮ ਹੈ ਕੈ ਰੰਗ। ਫਿਰ ਉਹ ਨਾਮ ਦੇ ਰੰਗ ਦੇ ਨਾਲ ਧੋਤੀ ਜਾ ਸਕਦੀ ਹੈ, ਉਦਾਂ ਨਹੀਂ ਉਤਰ ਸਕਦੀ ਮੈਲ ਜਿਹੜੀ ਮਨ ਉੱਤੇ ਵਿਕਾਰਾਂ ਦੀ ਮੈਲ ਚੜੀ ਹੈ ਨਾ। ਇਸ ਲਈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਣ ਗਾਵਤ ਤੇਰੀ ਉਤਰਸ ਮੈਲ, ਗੁਣ ਗਾਉਂਦਿਆਂ ਹੋਇਆਂ ਤੇਰੇ ਮਨ ਉੱਤੇ ਚੜੀ ਹੋਈ ਵਿਕਾਰਾਂ ਦੀ ਮੈਲ ਉਤਰ ਜਾਏਗੀ। ਬਿਨ ਸਜਾਏ ਹਉ ਮੈਂ ਬਿਖ ਫੈਲ, ਫਿਰ ਬਿਖ ਕਹਿੰਦੇ ਨੇ ਜ਼ਹਿਰ ਨੂੰ, ਫੈਲ ਦਾ ਅਰਥ ਹੈ ਫੈਲਾਓ, ਖਿਲਾਰਾ। ਗੁਰੂ ਸਾਹਿਬ ਕਹਿੰਦੇ ਨੇ ਤੇ ਜਦੋਂ ਤੂੰ ਗੁਣ ਗਾਵੇਂਗਾ ਤੇਰੇ ਮਨ ਉੱਤੇ ਵਿਕਾਰਾਂ ਦੀ ਮੈਲ ਲੱਥ ਜਾਏਗੀ। ਤੇ ਜਿਹੜਾ ਤੇਰੇ ਮਨ ਉੱਤੇ ਹਉਮੈ ਦਾ ਫੈਲਾ ਚੜਿਆ ਹੋਇਆ ਨਾ, ਫੈਲਿਆ ਹੋਇਆ ਤੇਰੇ ਮਨ ਉੱਤੇ ਹਉਮੈ, ਉਹ ਫਿਰ ਹਉਮੈ ਰੂਪੀ ਜਿਹੜਾ ਵਿਖ ਹੈ, ਜ਼ਹਿਰ ਹੈ ਨਾ, ਉਹ ਵੀ ਮਿਟ ਜਾਏਗਾ, ਉਹ ਵੀ ਖਤਮ ਹੋ ਜਾਏਗਾ। ਹੋਏ ਅਚਿੰਤ ਬਸੈ ਸੁਖ ਨਾਲ, ਤੂੰ ਬੇਫਿਕਰ ਹੋ ਇਸ ਸੰਸਾਰ ਤੋਂ ਤੁਰ ਕੇ ਜਾਏਗਾ, ਤੈਨੂੰ ਕੋਈ ਕਿਸੇ ਪ੍ਰਕਾਰ ਦੀ ਚਿੰਤ ਨਹੀਂ ਰਹੇਗੀ। ਹੋਏ ਅਚਿੰਤ, ਤੂੰ ਬੇਫਿਕਰ, ਚਿੰਤ ਕਹਿੰਦੇ ਨੇ ਚਿੰਤਾ ਨੂੰ, ਫਿਕਰ ਵਾਲੇ ਨੂੰ, ਤੇ ਅਚਿੰਤ ਕਹਿੰਦੇ ਨੇ ਤੈਨੂੰ ਕੋਈ ਫਿਕਰ ਨਾ ਹੋਵੇ। ਗੁਰੂ ਸਾਹਿਬ ਕਹਿੰਦੇ ਨੇ ਕਿ ਫਿਰ ਹੋਏ ਅਚਿੰਤ, ਫਿਰ ਤੂੰ ਬੇਫਿਕਰ ਹੋ ਕੇ ਤੇ ਸੁੱਖ ਨਾਲ ਬਸੈ, ਸੁੱਖ ਨਾਲ ਬੇਫਿਕਰ ਹੋ ਕੇ ਇਸ ਧਰਤੀ ਤੋਂ ਜਾਏਗਾ ਤੇ ਤੇਰਾ ਜੀਵਨ ਜਿਹੜਾ ਉਹ ਸੁੱਖਾਂ ਦੇ ਨਾਲ ਬਤੀਤ ਹੋਵੇਗਾ। ਸਾਸ ਗਰਾਸ ਹਰ ਨਾਮ ਸੰਭਾਲ, ਸਾਸ ਗਰਾਸ, ਜਦੋਂ ਸਾਹ ਲੈਂਦੇ ਹਾਂ ਉਹਨੂੰ ਕਹਿੰਦੇ ਨੇ ਸਾਸ, ਤੇ ਗਰਾਸ ਜਦੋਂ ਅਸੀਂ ਗਰਾਈ ਮੂੰਹ ਵਿੱਚ ਪਾਉਂਦੇ ਹਾਂ, ਜਦੋਂ ਅਸੀਂ ਪ੍ਰਸ਼ਾਦਾ ਛਕਦੇ ਹਾਂ ਇੱਕ ਇੱਕ ਗਰਾਈ ਤੋੜ ਕੇ ਪਾਉਂਦੇ ਆ ਨਾ ਮੂੰਹ ਵਿੱਚ, ਖਾਂਦੇ ਆ ਪੀਂਦੇ ਆ, ਹਰ ਇੱਕ ਦੀ ਗਰਾਈ ਮੂੰਹ ਵਿੱਚ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਹਰ ਦਮ ਸਾਹ ਲੈਂਦਿਆਂ ਹੋਇਆਂ ਪ੍ਰਭੂ ਦਾ ਨਾਮ ਜਪ, ਜਦੋਂ ਵੀ ਤੂੰ ਖਾਂਦਾ ਹੈ ਨਾ, ਕੋਈ ਵੀ ਗਰਾਈ ਤੇਰੇ ਮੂੰਹ ਦੇ ਅੰਦਰ ਜਾਂਦੀ ਹੈ ਤੇ ਸਦਾ ਤੇਰੇ ਮੂੰਹ ਵਿੱਚੋਂ ਉਸ ਪ੍ਰਭੂ ਦੇ ਗੁਣ ਗਾਉਣੇ ਚਾਹੀਦੇ ਨੇ। ਸਦਾ ਤੂੰ ਸਤਨਾਮ ਸ੍ਰੀ ਵਾਹਿਗੁਰੂ ਦਾ ਸ਼ੁਕਰਾਨਾ ਕਰੇ। ਸਾਸ ਗਰਾਸ ਹਰ ਨਾਮ ਸੰਭਾਲ, ਭਾਵ ਸਦਾ ਉਹਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਵੀ ਪ੍ਰਭੂ ਨੂੰ ਯਾਦ ਰੱਖੇ। ਛਾੜ ਸਿਆਣਪ ਸਗਲੀ ਮਨਾ, ਜਿਹੜੀਆਂ ਤੂੰ ਸਿਆਣਪਾਂ ਭਾਵ ਚਤੁਰਾਈਆਂ ਕਰਦਾ ਇਹਨਾਂ ਨੂੰ ਛੱਡ ਦੇ। ਸਾਧ ਸੰਗ ਪਾਵੈ ਸੱਚ ਧਨਾ, ਇਹ ਸਦਾ ਨਾਲ ਨਿਭਣ ਵਾਲਾ ਜਿਹੜਾ ਧਨ ਹੈ ਨਾ ਪ੍ਰਭੂ ਦਾ ਨਾਮ, ਉਹ ਸਤ ਸੰਗ ਦੇ ਵਿੱਚ ਮਿਲੇਗਾ। ਉਹਨੂੰ ਵਿਹਾਂਜ ਹਰ ਪੂੰਜੀ ਸੰਚ ਕਰੋ ਬਿਹਾਰ। ਤੇ ਹੁਣ ਤੂੰ ਜਿੱਦਾਂ ਵਪਾਰ ਕਰਨ ਵਾਸਤੇ ਬਾਹਰ ਜਾਂਦਾ, ਇਸ ਤਰ੍ਹਾਂ ਜਦੋਂ ਵਪਾਰ ਕਰਨ ਜਾਣਾ ਨਾ ਗੁਰੂ ਘਰ ਵਿੱਚ, ਤੇ ਉਹ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰਨਾ। ਉੱਥੇ ਝੂਠ ਦਾ ਵਪਾਰ ਨਹੀਂ ਕਰਨਾ, ਉੱਥੇ ਚੁਗਲੀਆਂ ਦਾ ਵਪਾਰ ਨਹੀਂ ਕਰਨਾ। ਉੱਥੇ ਮਨ ਵਿੱਚ ਇਹ ਨਹੀਂ ਹੰਕਾਰ ਲਿਆਉਣਾ ਕਿ ਮੈਂ ਇੰਨੀ ਬਾਣੀ ਪੜ੍ਹਦਾ ਤੇ ਮੈਨੂੰ ਗੁਰੂ ਕੀ ਦਿੰਦਾ, ਇਹ ਹੰਕਾਰ ਲੈ ਕੇ ਨਹੀਂ ਆਉਣਾ। ਉੱਥੇ ਤੇ ਮਨ ਨੀਵਾਂ, ਮੱਤ ਉੱਚੀ ਕਰਕੇ ਜਾਣਾ। ਤੇ ਗੁਰੂ ਸਾਹਿਬ ਕਹਿੰਦੇ ਨੇ
ਫਿਰ ਉੱਥੇ ਗੁਰੂ ਦਰਬਾਰ ਵਿੱਚ ਬੈਠ ਕੇ ਕੀ ਸੰਚਣਾ ਹੈ, ਇਕੱਠਾ ਕੀ ਕਰਨਾ ਹੈ? ਪਰਮਾਤਮਾ ਦਾ ਨਾਮ। ਵਪਾਰ ਕਿਹਦਾ ਕਰਨਾ? ਪ੍ਰਭੂ ਦੇ ਨਾਮ ਦਾ। ਰਾਸ ਕਿਹੜੀ ਇਕੱਠੀ ਕਰਨੀ ਹੈ? ਪ੍ਰਭੂ ਦੇ ਨਾਮ ਦੀ। ਹਰ ਪੂੰਜੀ ਸੰਚ ਕਰੋ ਵਿਹਾਰ। ਇਹ ਵਿਹਾਰ ਕਰ, ਇਹ ਆਪਣਾ ਵਪਾਰ ਬਣਾ ਕਿ ਪ੍ਰਭੂ ਦੇ ਨਾਮ ਨੂੰ ਇਕੱਠਿਆਂ ਕਰਨਾ ਹੈ। ਤੇ ਉਹਦੇ ਇਕੱਠਿਆਂ ਕਰਨ ਦੇ ਨਾਲ ਕੀ ਪ੍ਰਾਪਤ ਹੋਏਗਾ? ਇਹਾਂ ਸੁਖ ਦਰਗਹਿ ਜੈਕਾਰ। ਫਿਰ ਇਸ ਸੰਸਾਰ ਵਿੱਚ, ਇਸ ਜੀਵਨ ਦੇ ਵਿੱਚ ਵੀ ਸੁੱਖ ਮਿਲੇਗਾ, ਕੇਵਲ ਉਹਦੀ ਦਰਗਾਹ ਵਿੱਚ ਨਹੀਂ, ਇਸ ਧਰਤੀ ਦੇ ਉੱਤੇ ਵੀ ਜਦੋਂ ਤੂੰ ਪ੍ਰਮਾਤਮਾ ਦੇ ਨਾਮ ਦਾ ਵਿਹਾਰ ਕਰੇਗਾ, ਆਪਣੇ ਦਸਾਂ ਨੋਆਂ ਦੀ ਕਿਰਤ ਕਰਦਿਆਂ ਹੋਇਆਂ, ਤੇ ਫਿਰ ਇਸ ਧਰਤੀ ਦੇ ਉੱਤੇ ਵੀ ਤੇਰੇ ਜੀਵਨ ਵਿੱਚ ਸੁੱਖ ਮਿਲੇਗਾ, ਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਤੇਰੀ ਜੈ ਜੈਕਾਰ ਹੋਵੇਗੀ, ਤੇਰਾ ਆਦਰ ਹੋਵੇਗਾ। ਸਰਬ ਨਿਰੰਤਰ ਏਕੋ ਦੇਖ। ਸਭ ਜੀਵਾਂ ਨੂੰ ਇੱਕ ਅਕਾਲ ਪੁਰਖ ਦੇ ਰੂਪ ਵਿੱਚ ਵੇਖ। ਇਹ ਨਾ ਵੇਖ ਕਿ ਇਹ ਸ਼ੂਦਰ ਹੈ, ਇਹ ਵੈਸ਼ ਹੈ, ਇਹ ਜਿਹੜਾ ਵਾ ਇਹਨੂੰ ਚੌਂ ਹਿੱਸਿਆਂ 'ਚ ਨਾ ਵੰਡ, ਊਚ ਨੀਚ ਜਾਤ ਪਾਤ ਵਿੱਚ ਨਾ ਵੰਡ, ਅਮੀਰ ਗਰੀਬ ਦੇ ਵਿੱਚ ਨਾ ਵੰਡ, ਸਾਰਿਆਂ ਨੂੰ ਇੱਕੋ ਜਿਹਾ ਕਰਕੇ ਵੇਖ, ਕਿ ਕਿਉਂਕਿ ਸਾਰਿਆਂ ਦੇ ਅੰਦਰ ਉਹ ਪ੍ਰਮਾਤਮਾ ਵਸਿਆ ਹੋਇਆ ਹੈ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਰਬ ਨਿਰੰਤਰ ਏਕੋ ਦੇਖ। ਸਭ ਜੀਵਾਂ ਦੇ ਅੰਦਰ ਇੱਕ ਅਕਾਲ ਪੁਰਖ ਨੂੰ ਵੇਖ, ਸਾਰਿਆਂ ਦੇ ਵਿੱਚ ਉਹੀ ਸਮੋਇਆ ਹੋਇਆ ਹੈ। ਕਹੋ ਨਾਨਕ ਜਾ ਕੈ ਮਸਤਕ ਲੇਖ। ਇਹ ਭਾਈ, ਪਰ ਇਹ ਤਾਂ ਹੀ ਪਤਾ ਲੱਗਦਾ ਜਿਹਦੇ ਮੱਥੇ ਉੱਤੇ ਚੰਗੇ ਲੇਖ ਹੋਣ, ਉਹਦੇ ਲੇਖ ਉਗੜ ਜਾਣ, ਤੇ ਫਿਰ ਗੁਰੂ ਉਹਦੇ ਉੱਤੇ ਰਹਿਮਤ ਕਰ ਜਾਂਦਾ ਹੈ। ਕਹੋ ਨਾਨਕ ਜਾ ਕੈ ਮਸਤਕ ਲੇਖ। ਇਹ ਭਾਈ, ਇਸ ਧਰਤੀ ਦੇ ਉੱਤੇ ਜਿਹਦੇ ਮੱਥੇ ਦੇ ਉੱਤੇ ਭਾਗ ਚੰਗੇ ਬਣ ਜਾਣ, ਜਿਹੜਾ ਗੁਰੂ ਘਰ ਵਿੱਚ ਜਾ ਕੇ ਨਾਮ ਬਾਣੀ ਦਾ ਅਭਿਆਸ ਕਰਦਾ, ਫਿਰ ਉਹਦੇ ਮੱਥੇ ਉੱਤੇ ਲੇਖ ਚੰਗੇ ਲਿਖੇ ਜਾਣ, ਗੁਰੂ ਰਹਿਮਤ ਕਰਦੇ, ਬਖਸ਼ਿਸ਼ ਕਰਦੇ। ਸਾਖੀਆਂ ਬੜੀਆਂ ਨੇ ਪਰ ਸਮਾਂ ਨਹੀਂ, ਫਿਰ ਸਮਾਂ ਬਣੇਗਾ ਜ਼ਰੂਰ ਆਪ ਜੀ ਨੂੰ ਦਾਸ ਸਾਂਝੀ ਕਰਵਾਏਗਾ ਕਿ ਜਿਹਦੇ ਚੰਗੇ ਲੇਖ ਨੇ, ਜਿਹਦੇ ਮੱਥੇ ਉੱਤੇ ਲੇਖ ਉਗੜ ਆਉਂਦੇ ਨੇ, ਫਿਰ ਕਿਸ ਤਰ੍ਹਾਂ ਗੁਰੂ ਪ੍ਰਗਟ ਹੋ ਕੇ ਉਹਨੂੰ ਆਪ ਅੱਗੋਂ ਲੈਣ ਵਾਸਤੇ ਜਾਂਦਾ। ਜਿਸ ਤਰ੍ਹਾਂ ਭਾਈ ਲਹਿਣੇ ਨੂੰ ਆਪ ਲੈਣ ਵਾਸਤੇ ਗਏ ਸਨ ਘੋੜੇ ਦੇ ਉੱਤੇ। ਸੋ ਇੰਨੀ ਕੀ ਹੀ ਬੇਨਤੀ ਕਰਾਂਗਾ। ਅੱਗੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ 8ਵੇਂ ਪਦੇ ਵਿੱਚ ਆਖਦੇ ਨੇ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ। ਸਤਿਗੁਰੂ ਸਾਹਿਬ ਕਹਿੰਦੇ ਨੇ, ਕਿਉਂਕਿ ਸਾਥ ਨਾ ਚੱਲੈ ਬਿਨ ਭਜਨ, ਤੇ ਹਰ ਹਰ ਨਾਮ ਕਮਾਵਣਾ। ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਇਸ ਧਰਤੀ ਦੇ ਉੱਤੇ ਉਸ ਪ੍ਰਮਾਤਮਾ ਨੂੰ ਇੱਕੋ ਜਪ, ਇੱਕੋ ਸਲਾਹੇ। ਬਹੁਤਾਤ ਦੇਵਤੇ ਇਸ ਧਰਤੀ ਤੇ ਪੈਦਾ ਹੋਏ, ਬੜੇ, ਇੱਕ ਰੂਪ ਨਹੀਂ ਕਈ 33 ਕਰੋੜ ਦੇਵੀ ਦੇਵਤਿਆਂ ਦਾ ਪ੍ਰਗਾਸ ਹੋਇਆ ਇਸ ਧਰਤੀ ਦੇ ਉੱਤੇ। ਲੋਕਾਂ ਨੇ ਬਣਾਇਆ, ਮੰਨਦੇ ਨੇ, ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੱਕੋ ਨੂੰ ਸਿਮਰਨਾ ਹੈ, ਇੱਕੋ ਨੂੰ, ਪ੍ਰਭੂ ਨੂੰ, ਇੱਕ ਪ੍ਰਭੂ ਨੂੰ ਹੀ ਮਿਲਣ ਦੀ ਤਾਂਘ ਜਿਹੜੀ ਉਹ ਪ੍ਰਗਟ ਕਰਨੀ ਹੈ। ਬਹੁਤੇ ਦੇਵਤਿਆਂ ਨੂੰ ਨਹੀਂ ਆਰਾਧਣਾ, ਉਹ ਇੱਕ ਹੈ, ਤੇ ਉਸ ਇੱਕ ਨੂੰ ਹੀ ਮਿਲਣ ਦੀ ਤਾਂਘ ਰੱਖਣੀ ਹੈ। ਏਕੋ ਮਨ ਆਹੇ। ਆਹੇ ਦਾ ਭਾਵ ਹੈ ਚਾਹ, ਭਾਵ ਤਾਂਘ ਰੱਖਣੀ। ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ, ਇੱਕੋ ਨੂੰ ਮਿਲਣ ਦੀ ਜਿਹੜੀ ਆ ਮਨ ਦੇ ਅੰਦਰ ਤਾਂਘ ਰੱਖਣੀ ਹੈ, ਤੇ ਇੱਕੋ ਨੂੰ ਹੀ ਸਿਮਰਨਾ ਹੈ। ਏਕ ਸਕੇ ਗੁਣ ਗਾਓ ਅਨੰਤ। ਉਹਦੇ ਬੇਅੰਤ ਗੁਣ ਨੇ, ਤੇ ਉਹ ਬੇਅੰਤ ਪ੍ਰਭੂ ਨੂੰ ਜਿਹੜਾ ਵਾ, ਬੇਅੰਤ ਗੁਣਾਂ ਦੇ ਮਾਲਕ ਨੂੰ ਗਾਉਣਾ ਕਰ। ਮਨ ਤਨ ਜਾਪ ਏਕ ਭਗਵੰਤ। ਮਨ ਵਿੱਚ ਤੇ ਸਰੀਰਕ ਇੰਦਰੀਆਂ ਦੇ ਰਾਹੀਂ ਵੀ, ਹੁਣ ਸਰੀਰਕ ਇੰਦਰੀਆਂ ਦੇ ਰਾਹੀਂ ਭਾਵ ਅਸੀਂ ਜ਼ਬਾਨ ਦੇ ਉੱਤੋਂ ਉਹਦੇ ਗੁਣ ਗਾਉਂਦੇ ਹਾਂ, ਕੰਨਾਂ ਦੇ ਨਾਲ ਸੁਣਦੇ ਹਾਂ, ਗੁਰੂ ਦੀ ਬਾਣੀ ਦੇ ਅੱਖਾਂ ਦੇ ਨਾਲ ਦਰਸ਼ਨ ਕਰਦੇ ਹਾਂ, ਗੁਰੂ ਦੀ ਸੰਗਤ ਦੇ ਵਿੱਚੋਂ ਗੁਰੂ ਦੇ ਦਰਸ਼ਨ ਲੋਚਦੇ ਹਾਂ। ਜਿੱਦਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਖਾਲਸਾ ਮੇਰੂ ਰੂਪ ਹੈ ਖਾਸ, ਤੇ ਫਿਰ ਖਾਲਸੇ ਦੇ ਵਿੱਚੋਂ ਉਹਦਾ ਗੁਰੂ ਦਾ ਰੂਪ ਲੱਭਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਭਾਈ, ਇਸ ਧਰਤੀ ਦੇ ਉੱਤੇ ਆਪਣੇ ਸਰੀਰਕ ਇੰਦਰੀਆਂ ਰਾਹੀਂ ਵੀ ਭਗਵਾਨ ਨੂੰ ਜਪ, ਮਾਨਵ ਕਰਕੇ ਵੀ ਤੇ ਸਰੀਰਕ ਇੰਦਰੀਆਂ ਦੇ ਰਾਹੀਂ ਵੀ ਉਸ ਪ੍ਰਮਾਤਮਾ ਨੂੰ ਜਪ। ਏਕੋ ਏਕ ਏਕ ਹਰ ਆਪ, ਕਿਉਂਕਿ ਉਹ ਸਭ ਥਾਈਂ ਪ੍ਰਭੂ ਆਪ ਹੀ ਆਪ ਹੈ, ਤੇ ਹੈ ਵੀ ਉਹ ਇੱਕ ਹੀ, ਬਹੁਤੇ ਰੂਪ ਨਹੀਂ, ਬ੍ਰਹਮਾ ਵਿਸ਼ਨੂੰ ਮਹੇਸ਼ ਨਹੀਂ। ਗੁਰੂ ਸਾਹਿਬ ਕਹਿੰਦੇ ਨੇ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇਹ ਭਾਈ ਬਹੁਤੇ ਨਹੀਂ, ਇਸ ਧਰਤੀ ਦੇ ਉੱਤੇ ਉਸ ਕੇਵਲ ਇੱਕ ਹੈ, ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ। ਇਸ ਕਰਕੇ ਉਸ ਇੱਕ ਨੂੰ ਜਪ। ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਇਹ ਭਾਈ, ਉਹ ਪ੍ਰਭੂ ਆਪ ਹੀ ਆਪ ਸਾਰੀ ਸ੍ਰਿਸ਼ਟੀ ਵਿੱਚ ਵਸ ਰਿਹਾ ਹੈ, ਸਭ ਜੀਵਾਂ ਵਿੱਚ ਪ੍ਰਭੂ ਦਾ ਹੀ ਵਾਸਾ ਹੈ। ਅਨਕ ਵਿਸਤਾਰ ਏਕ ਤੇ ਭਏ। ਇਹ ਭਾਈ, ਅਨੇਕਾਂ ਖਿਲਾਰੇ
ਜਗਤ ਦੇ ਵਿੱਚ ਪਏ ਹੋਏ ਨੇ, ਪਰ ਪ੍ਰਭੂ ਉਹਨਾਂ ਵਿੱਚ ਇੱਕ ਹੀ ਹੈ। ਤੇ ਉਸ ਇੱਕੋ ਪ੍ਰਭੂ ਤੋਂ ਇਹ ਸਾਰਾ ਜਿਹੜਾ ਖਿਲਾਰਾ ਹੈ ਨਾ, ਜਿੰਨਾ ਜਗਤ ਦਾ ਬਣਿਆ ਹੋਇਆ, ਜਲ ਥਲ ਮਹੀਲ ਭਾਵ ਆਕਾਸ਼ ਵਿੱਚ ਵੀ ਜਿੰਨੇ ਜੀਵ ਨੇ, ਜਲ ਦੇ ਵਿੱਚ ਵੀ ਜਿੰਨੇ ਜੀਵ ਨੇ, ਤੇ ਧਰਤੀ ਦੇ ਉੱਤੇ ਵੀ ਜਿੰਨੇ ਵੀ ਜੀਵ ਜੰਤੂ ਨੇ, ਸਭ ਉਹਦਾ ਹੀ ਪੈਦਾ ਕੀਤੇ, ਉਹਦੇ ਹੀ ਪੈਦਾ ਕੀਤੇ ਹੋਏ ਨੇ। ਇਸ ਕਰਕੇ ਏਕ ਅਰਾਧ ਪਰਾਸ਼ਤ ਗਏ, ਉਸ ਇੱਕ ਨੂੰ ਅਰਾਧ, ਕਿਉਂਕਿ ਉਹਦੇ ਨਾਲ ਤੇਰੇ ਪਾਪ ਜਿਹੜੇ ਨੇ ਉਹ ਨਾਸ ਹੋ ਜਾਂਦੇ ਨੇ। ਪ੍ਰਾਸ਼ਤ ਭਾਵ ਅਰਥ ਹੈ ਪਾਪ। ਇੱਕ ਨੂੰ ਅਰਾਧ, ਉਹਨੂੰ ਅਰਾਧਨ ਦੇ ਨਾਲ, ਉਹਨੂੰ ਸਿਮਰਨ ਦੇ ਨਾਲ ਕੀ ਹੁੰਦਾ ਹੈ, ਪਾਪ ਪ੍ਰਾਸ਼ਤ ਗਏ ਭਾਵ ਪਾਪ ਨਸ ਜਾਂਦੇ ਹਨ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਜਿਸ ਮਨੁੱਖ ਨੇ ਮਨ ਤੇ ਸਰੀਰ ਵਿੱਚ ਭਾਵ ਮਨ ਤੇ ਸਰੀਰ ਕਰਕੇ ਇੱਕ ਪ੍ਰਭੂ ਨੂੰ ਹੀ ਆਪਣੇ ਮਨ ਵਿੱਚ ਪਰੋਇਆ ਹੈ, ਪਰੋਤਾ ਗਿਆ ਹੈ। ਰਾਤਾ ਰਤਿਆ ਹੋਇਆ, ਪਰੋਇਆ ਹੋਇਆ ਭਾਵ ਆਪਣੇ ਮਨ ਦੇ ਅੰਦਰ ਇੱਕ ਪ੍ਰਭੂ ਨੂੰ ਹੀ ਪਰੋਇਆ ਹੋਇਆ ਹੈ। ਗੁਰ ਪ੍ਰਸਾਦ ਨਾਨਕ ਇੱਕ ਜਾਤਾ, ਇਹ ਭਾਈ ਫਿਰ ਉਹ ਗੁਰੂ ਦੀ ਕਿਰਪਾ ਨਾਲ ਉਹ ਇੱਕ ਪ੍ਰਭੂ ਨੂੰ ਪਛਾਣ ਲੈਂਦਾ ਹੈ। ਸੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਅੱਜ ਦੀ 19ਵੀਂ ਅਸ਼ਟਪਦੀ ਦੇ ਅੰਦਰ ਗੁਰੂ ਸਾਹਿਬ ਰਹਿਮਤ ਕਰਨ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਅਸੀਂ ਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਹੈ ਤੇ ਅਰਥ ਵਾਜੇ ਹਨ। ਦਾਸ ਨੇ ਜਿੰਨੇ ਕੁ ਅਰਥ ਕੀਤੇ ਨੇ, ਇਹ ਮਤ ਬੁੱਧੀ ਦੇ ਅਨੁਸਾਰ ਜਿੰਨੀ ਕੁ ਪ੍ਰਮਾਤਮਾ ਨੇ ਬਖਸ਼ੀ, ਆਪੋ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹ ਤੇਤੀ। ਉਹਨਾਂ ਕੋ ਕੋਈ ਉਹਨੂੰ ਵਾਜਦਾ ਹੈ, ਜਿੰਨਾ ਕੁ ਗੁਰੂ ਸਾਹਿਬ ਨੇ ਸਮਰੱਥਾ ਬਖਸ਼ੀ, ਦਾਸ ਨੇ ਆਪ ਜੀ ਦੇ ਨਾਲ ਸਾਂਝ ਕੀਤੀ ਹੈ। ਇਹ ਮੋਹਰ ਨਹੀਂ ਕਿ ਇਸ ਤੋਂ ਅੱਗੇ ਕੁਛ ਨਹੀਂ। ਬਹੁ ਉਹ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੂੰ ਬਹੁਤ ਬੇਅੰਤ ਹੈ। ਇਸ ਕਰਕੇ ਉਹਦਾ ਕੋਈ ਥਾਂ ਨਹੀਂ ਪਾ ਸਕਦਾ। ਗੁਰੂ ਸਾਹਿਬ ਰਹਿਮਤ ਕਰਨ, ਸਾਡੇ ਸਾਰਿਆਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਜਿਹੜਾ ਹੱਥ ਰੱਖਣ, ਤੇ ਸਾਨੂੰ ਸਮਝ ਆ ਜਾਵੇ ਕਿ ਅਸੀਂ ਇਸ ਧਰਤੀ ਦੇ ਉੱਤੇ ਰਹਿੰਦਿਆਂ ਹੋਇਆਂ, ਮਨੁੱਖਾ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਉਹਦੀ ਬੰਦਗੀ ਕਰ ਸਕੀਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਸਮਰੱਥਾ ਬਖਸ਼ਣ, ਇਸੇ ਤਰ੍ਹਾਂ ਗੁਰਮਤਿ ਦੀ ਕਲਾਸ ਵਿੱਚ ਜੁੜੇ ਰਹੀਏ। ਸੋ ਹੁਣ ਆਪ ਜੀ ਦੇ ਜਿਹੜੇ ਮਾਈਕ ਨੇ ਉਹ ਅਨਮਿਊਟ ਕਰ ਦਿੱਤੇ ਜਾਣਗੇ। ਆਪ ਨੇ ਕਿਸੇ ਨੇ ਅੱਜ ਦੀ ਇਸ ਕਲਾਸ ਦੇ ਬਾਬਤ ਜੋ ਸਮਝ ਨਾ ਆਈ ਹੋਵੇ, ਉਹ ਸਵਾਲ ਕਰ ਸਕਦੇ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਤੁਹਾਡੇ ਮਾਈਕ ਜਿਹੜੇ ਅਨਮਿਊਟ ਕਰ ਦਿੱਤੇ ਗਏ ਨੇ, ਭਾਈ ਕਿਸੇ ਨੇ ਕੋਈ ਸਵਾਲ ਕਰਨਾ ਉਹ ਪੁੱਛ ਸਕਦਾ ਹੈ। ਸੋ ਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਅਸੀਂ ਜੋ ਲੜੀਵਾਰ ਕਥਾ ਵਿਚਾਰ ਤੇ ਲੜੀਵਾਰ ਇਹ ਕਲਾਸਾਂ ਚੱਲ ਰਹੀਆਂ ਨੇ, ਉਹ ਤੋਂ ਵੱਧ ਹਿੱਸਾ ਪਾਈਏ, ਕਿਉਂਕਿ ਬੜੇ ਵੱਡੇ ਭਾਗ ਦੇ ਸਾਡੇ ਸਤਿਕਾਰਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਅਵਤਾਰ ਸਿੰਘ ਜੀ, ਸਮੁੱਚੀ ਕਮੇਟੀ ਦੇ ਨਾਲ, ਤੇ ਉਹਨਾਂ ਦੇ ਨਾਲ ਸਹਿਯੋਗੀ ਸਾਡੇ ਸਤਿਕਾਰਯੋਗ ਵੀਰ ਜੀ ਅਮਰੀਕ ਸਿੰਘ ਜੀ, ਜਿਨ੍ਹਾਂ ਨੇ ਇਸ ਸਮੁੱਚੀ ਸੇਵਾ ਲਈ ਹੋਈ ਹੈ। ਉਹਨਾਂ ਦੀ ਵੀ ਸੇਵਾ ਤਾਂ ਹੀ ਸਫਲੀ ਹੋਵੇਗੀ ਜੇ ਤੁਸੀਂ ਕੁਛ ਨਾ ਕੁਛ ਉਪਰਾਲਾ ਕਰਕੇ ਤੇ ਇਹ ਆਪਣੇ ਜੀਵਨ ਦੀਆਂ ਘੜੀਆਂ ਵਿੱਚੋਂ ਸਮਾਂ ਕੱਢੋਗੇ। ਸੋ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਜੁੜ ਕੇ ਤੇ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ। ਸੋ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਹੈ ਜੀ। ਹਾਂਜੀ, ਵਾਹਿਗੁਰੂ ਜੀ। ਕਿਸੇ ਦਾ ਸਵਾਲ ਹੈ? ਠੀਕ ਹੈ ਜੀ, ਇੱਥੇ ਹੀ ਫਿਰ ਸਮਾਪਤੀ ਕਰੀਏ ਜੀ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।